ਸਤਿ ਸ਼੍ਰੀ ਅਕਾਲ ਸਟੂਡੈਂਟਸ। ਮੇਅਰਮੈਂਟ ਆਫ LCR ਕਰ ਰਹੇ ਸੀ ਆਪਾਂ, ਯਾਨੀ ਕਿ ਮੇਅਰਮੈਂਟ ਆਫ ਇੰਡਕਟਰ ਕਪੈਸਿਟਰ ਐਂਡ ਰੈਜ਼ਿਸਟੈਂਸ। ਇਹਦੇ ਵਿੱਚ ਆਪਾਂ LCR ਮੀਟਰ ਸੀਗਾ ਲਾਸਟ ਟਾਈਮ ਸਟੱਡੀ ਕਰ ਲਿਆ ਸੀ। ਸੋ ਅੱਜ ਆਪਾਂ ਮੈਥਡ ਸਟੱਡੀ ਕਰਨੇ ਆ ਅਲੱਗ-ਅਲੱਗ ਮੇਅਰਮੈਂਟਸ ਦੇ। ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਨਾ ਕਿ ਰੈਜ਼ਿਸਟੈਂਸ ਨੂੰ ਆਪਾਂ ਕਿਹੜੇ-ਕਿਹੜੇ ਤਰੀਕਿਆਂ ਨਾਲ ਜਿਹੜਾ ਹੈ ਮੇਅਰ ਕਰ ਸਕਦੇ ਆ। ਬਹੁਤ ਹੀ ਸਿੰਪਲ ਮੈਥਡ ਆ ਇਹ, ਇਸ ਕਰਕੇ ਆਪਾਂ ਇਹਦੀ ਕੋਈ ਡੈਰੀਵੇਸ਼ਨ ਵਗੈਰਾ ਦਾ ਕੋਈ ਨਾ ਰੋਲ ਹੈ ਨਹੀਂਗਾ। ਠੀਕ ਆ, ਤੁਹਾਨੂੰ ਮੈਂ ਸਮਝਾ ਦੇਣੇ ਆ ਇਹ ਕੀ ਹੁੰਦੇ ਆ। ਸੋ ਰੈਜ਼ਿਸਟੈਂਸ ਜਿਹੜੇ ਹੁੰਦੇ ਆ, ਦੇਖੋ ਚਾਰ ਮੇਰੇ ਕੋਲ ਮੈਥਡਸ ਨੇ ਜਿਹੜੇ ਆਪਾਂ ਆਰਾਮ ਨਾਲ ਜਿਨ੍ਹਾਂ ਦੇ ਨਾਲ ਆਪਾਂ ਸਟੱਡੀ ਕਰਕੇ ਜਿਨ੍ਹਾਂ ਨੂੰ ਤੇ ਆਪਾਂ ਰੈਜ਼ਿਸਟੈਂਸ ਨੂੰ ਮੇਅਰ ਕਰ ਸਕਦੇ ਆ। ਸੋ ਤੁਹਾਨੂੰ ਫੰਡਾਮੈਂਟਲ ਆਫ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਸਟੱਡੀ ਕੀਤਾ ਹੀ ਹੋਣਾ ਕਿ ਜਿਹੜੀ ਆਪਣੀ ਰੈਜ਼ਿਸਟੈਂਸ ਹੁੰਦੀ ਵੈਲਿਊ ਉਹਦੀ ਕੀ ਹੁੰਦੀ ਹੈ, V ਇਜ਼ ਇਕੁਅਲ ਟੂ IR ਹੁੰਦੀ ਹੈ। ਸੋ R ਇਜ਼ ਇਕੁਅਲ ਟੂ V ਅਪੋਨ I ਹੁੰਦੀ ਹੈ। ਸੋ ਜੇ ਮੈਨੂੰ ਵੋਲਟੇਜ ਤੇ ਕਰੰਟ ਦੀ ਵੈਲਿਊ ਪਤਾ ਤਾਂ ਮੈਂ ਕੀ ਆ ਆਪਣੇ ਕੋਲ ਰੈਜ਼ਿਸਟੈਂਸ ਜਿਹੜੀ ਅਨਨੋਨ ਰੈਜ਼ਿਸਟੈਂਸ ਆ ਉਹਦੀ ਵੈਲਿਊ ਫਾਈਂਡ ਆਊਟ ਈਜ਼ੀਲੀ ਕਰ ਸਕਦਾ। ਓਕੇ, ਸੋ ਆ ਜਿਹੜੇ ਮੇਰੇ ਕੋਲ ਫਸਟ ਮੈਥਡ ਆ ਇਸ ਬੇਸਿਸ ਦੇ ਉੱਪਰ ਹੀ ਕੰਮ ਕਰਦਾ ਕਿ ਮੈਂ ਵੋਲਟਮੀਟਰ ਤੇ ਐਮੀਟਰ ਲਗਾ ਕੇ ਵੋਲਟੇਜ ਤੇ ਕਰੰਟ ਜਿਹੜਾ ਉਹਨੂੰ ਮੇਅਰ ਕਰ ਲਵਾਂ। ਠੀਕ ਆ, ਵੋਲਟੇਜ ਕਰੰਟ ਦੀ ਵੈਲਿਊ ਮੇਰੇ ਕੋਲ ਆ ਗਿਆ ਤਾਂ ਮੈਂ ਈਜ਼ੀਲੀ ਕੀ ਰੈਜ਼ਿਸਟੈਂਸ ਦੀ ਵੈਲਿਊ ਕੱਢ ਸਕਦਾ, ਬਿਕੋਜ਼ V ਇਜ਼ ਇਕੁਅਲ ਟੂ IR ਹੁੰਦਾ। ਸੋ R ਇਜ਼ ਇਕੁਅਲ ਟੂ V ਅਪੋਨ I ਹੋ ਜਾਣਾ ਤੇ ਮੇਰੇ ਕੋਲ ਵੈਲਿਊ ਆ ਜਾਣੀਆਂ। ਓਕੇ, ਨੈਕਸਟ ਮੇਰੇ ਕੋਲ ਆ ਜਾਂਦਾ ਵੀਟਸਟੋਨ ਬ੍ਰਿਜ ਔਰ ਸਲਾਈਡ ਵਾਇਰ ਬ੍ਰਿਜ। ਠੀਕ ਆ, ਸੋ ਆ ਦੇਖੋ ਆ ਵੀਟਸਟੋਨ ਬ੍ਰਿਜ ਹੁੰਦਾ। ਐਕਚੁਅਲ ਦੇ ਵਿੱਚ ਜਿਹੜਾ ਵੀਟਸਟੋਨ ਬ੍ਰਿਜ ਹੁੰਦਾ ਨਾ, ਇੱਕ ਬੈਲੈਂਸਡ ਬ੍ਰਿਜ ਹੁੰਦਾ ਹੈ ਜਿਹਦੇ ਵਿੱਚ ਕੀ ਹੁੰਦਾ, ਤੁਸੀਂ FEE ਦੇ ਵਿੱਚ ਸ਼ਾਇਦ ਪੜ੍ਹਿਆ ਵੀ ਹੋਵੇ, ਇੱਕ ਮੇਰੇ ਕੋਲ ਅਨਨੋਨ ਰੈਜ਼ਿਸਟੈਂਸ ਹੁੰਦੀ ਹੈ। ਠੀਕ ਆ, ਤੇ ਤਿੰਨ ਜਿਹੜੀਆਂ ਹੁੰਦੀਆਂ ਮੇਰੇ ਕੋਲ ਨੋਨ ਰੈਜ਼ਿਸਟੈਂਸ ਹੁੰਦੀਆਂ, ਜਿੱਦਾਂ ਇਹਦੇ ਵਿੱਚ RX ਅਨਨੋਨ ਰੈਜ਼ਿਸਟੈਂਸ ਆ, RP ਨੋਨ ਆ, RQ ਨੋਨ ਆ ਤੇ RS ਵੀ ਨੋਨ ਆ, ਤੇ RS ਜਿਹੜੀ ਆ ਇਹ ਵੇਰੀਏਬਲ ਰੈਜ਼ਿਸਟੈਂਸ ਹੁੰਦੀ ਹੈ। ਸੋ ਇਹਦੇ ਵਿੱਚ ਮੈਂ ਕੀ ਕਰਦਾ, RS ਦੀ ਵੈਲਿਊ ਨੂੰ ਵੇਰੀ ਕਰਕੇ ਨਾ ਜਿਹੜਾ ਇਹ ਬ੍ਰਿਜ ਹੁੰਦਾ ਇਹਨੂੰ ਬੈਲੈਂਸ ਕਰਦਾ। ਬੈਲੈਂਸ ਦਾ ਮਤਲਬ ਕੀ ਹੈ, ਜਿਹੜਾ ਗਲਵੈਨੋਮੀਟਰ ਆ ਨਾ ਇਹਦੇ ਵਿੱਚ ਜਿਹੜਾ ਕਰੰਟ ਆ ਜ਼ੀਰੋ ਫਲੋ ਕਰਵਾਉਣਾ, ਮਤਲਬ ਕਿ ਇਹਦੀ ਰੈਜ਼ਿਸਟੈਂਸ ਦੀ ਵੈਲਿਊ ਮੈਂ ਉਸ ਹਿਸਾਬ ਨਾਲ ਰੱਖਦਾ ਕਿ ਜਿਹੜਾ ਇਹ ਗਲਵੈਨੋਮੀਟਰ ਆ ਨਾ ਇਹਦੇ ਵਿੱਚੋਂ ਜ਼ੀਰੋ ਕਰੰਟ ਫਲੋ ਕਰੇ। ਠੀਕ ਆ, ਸੋ ਜਦੋਂ ਇਹਦੇ ਵਿੱਚੋਂ ਜ਼ੀਰੋ ਕਰੰਟ ਫਲੋ ਕਰੂਗਾ ਇਟ ਮੀਨਸ ਕਿ ਜਿਹੜਾ ਮੇਰਾ ਸਰਕਟ ਆ ਉਹ ਕੀ ਆ, ਉਹ ਬੈਲੈਂਸਡ ਆ ਸਰਕਟ ਮੇਰਾ। ਸੋ ਜਦੋਂ ਉਹ ਬੈਲੈਂਸਡ ਹੋ ਗਿਆ ਤਾਂ ਉਹਦੇ ਅਕੋਰਡਿੰਗ ਮੈਂ ਕੀ ਕਰਦਾ ਆ, RX ਡਿਵਾਈਡਡ ਬਾਈ RP ਇਜ਼ ਇਕੁਅਲ ਟੂ RS ਡਿਵਾਈਡਡ ਬਾਈ RQ। ਠੀਕ ਆ, ਸੋ ਜਦੋਂ ਇਦਾਂ ਕਰਕੇ RX ਇਜ਼ ਇਕੁਅਲ ਟੂ ਆਪਾਂ ਇਹਦੀ ਜਿਹੜੀ ਵੈਲਿਊ ਆ ਈਜ਼ੀਲੀ ਜਿਹੜੀ ਆ ਫਾਈਂਡ ਆਊਟ ਕਰ ਸਕਦੇ ਹਾਂ। ਸੋ ਵੈਲਿਊ ਕੀ ਹੋਊਗੀ, RX ਇਜ਼ ਇਕੁਅਲ ਟੂ RS ਡਿਵਾਈਡਡ ਬਾਈ RQ ਇੰਟੂ RP। ਇੱਥੋਂ ਆਪਾਂ ਕੀ RX ਦੀ ਵੈਲਿਊ ਜਿਹੜੀ ਆ ਫਾਈਂਡ ਆਊਟ ਕਰ ਸਕਦੇ ਹਾਂ, ਅਨਨੋਨ ਰੈਜ਼ਿਸਟੈਂਸ ਜਿਹੜੀ ਇਹਦੀ ਵੈਲਿਊ ਫਾਈਂਡ ਆਊਟ ਕਰ ਸਕਦੇ ਹਾਂ ਆਪਾਂ ਈਜ਼ੀਲੀ। ਓਕੇ, ਸੋ ਇਹ ਆਪਣਾ ਸੀਗਾ ਵੀਟਸਟੋਨ ਬ੍ਰਿਜ ਹੁੰਦਾ। ਇਹ ਤੁਸੀਂ FEE 'ਚ ਪੜ੍ਹਿਆ ਹੋਣਾ, ਇਸ ਕਰਕੇ ਮੈਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾ ਰਿਹਾ। ਅੱਗੇ ਆਪਾਂ ਸਟੱਡੀ ਕਰ ਵੀ ਲਵਾਂਗੇ ਦੁਬਾਰਾ, ਇਹਨੂੰ ਕੋਈ ਇਸ਼ੂ ਨਹੀਂ ਹੈ। ਸੋ ਨੈਕਸਟ ਮੇਰੇ ਕੋਲ ਆ ਜਾਂਦਾ ਡਾਇਰੈਕਟ ਵਿਦ ਦ ਹੈਲਪ ਆਫ ਮਲਟੀਮੀਟਰ ਔਰ ਓਮੀਟਰ। ਸੋ ਮਲਟੀਮੀਟਰ ਦੇ ਨਾਲ ਰੈਜ਼ਿਸਟੈਂਸ ਮੇਅਰ ਕਰ ਸਕਦੇ ਹਾਂ ਆਪਾਂ। ਆਪਾਂ ਦੇਖਿਆ ਵੀ ਹੋਇਆ ਹੈ ਵਰਕਸ਼ਾਪ ਦੇ ਵਿੱਚ, ਤੁਹਾਨੂੰ ਮੈਂ ਦਿਖਾਇਆ ਵੀ ਸੀ ਮਲਟੀਮੀਟਰ ਨਾਲ ਕਿੱਦਾਂ ਆਪਾਂ ਰੈਜ਼ਿਸਟੈਂਸ ਜਿਹੜੀ ਆ ਮੇਅਰ ਕਰਦੇ ਆ। ਮਲਟੀਮੀਟਰ ਜਾਂ ਕਲੈਂਪੋਨ ਮੀਟਰ ਵੀ ਹੋ ਸਕਦਾ, ਜਾਂ ਓਮੀਟਰ ਵੀ ਉਹਨੂੰ ਕਹਿ ਦਿੰਦੇ ਆ। ਸੋ ਉਹਨਾਂ ਸਾਰਿਆਂ ਰੈਜ਼ਿਸਟੈਂਸ ਆਪਾਂ ਮੇਅਰ ਕਰ ਸਕਦੇ, ਉਹ ਤਾਂ ਆਪਾਂ ਨੂੰ ਡਾਇਰੈਕਟ ਵੈਲਿਊ ਦੇ ਦਿੰਦੇ ਰੈਜ਼ਿਸਟੈਂਸ ਦੀ। ਠੀਕ ਹੈ, ਸੋ ਇੱਕ ਇਹਦੇ ਵਿੱਚ ਮੈਥਡ ਲਿਖਿਆ ਨਹੀਂ ਹੋਇਆ, ਬਟ ਆਪਾਂ ਕੀ ਆ ਕੈਲਕੂਲੇਸ਼ਨ ਦੇ ਨਾਲ ਵੀ ਆਪਾਂ ਰੈਜ਼ਿਸਟੈਂਸ ਦੀ ਵੈਲਿਊ ਮੇਅਰ ਕਰ ਸਕਦੇ ਆ। ਤੁਹਾਨੂੰ ਇੱਕ ਫਾਰਮੂਲਾ ਲਿਖਿਆ ਸੀ BB ਰੋਏ ਗੁੱਡ ਬॉय ਵੈਰੀ ਗੁੱਡ ਵਾਈਫ ਵਾਲਾ। ਠੀਕ ਆ, ਸੋ ਉੱਥੋਂ ਵੀ ਆਪਾਂ ਰੈਜ਼ਿਸਟੈਂਸ ਦੀ ਵੈਲਿਊ ਫਾਈਂਡ ਆਊਟ ਕਰ ਸਕਦੇ ਹਾਂ। ਬਾਕੀ ਜਿਹੜਾ ਮੈਥਡ ਹੋਰ ਆਪਾਂ ਦੇਖਦੇ ਹਾਂ ਡਾਇਰੈਕਟ ਵਿਦ ਦ ਹੈਲਪ ਆਫ ਮੈਗਰ। ਸੋ ਜਿਹੜੇ ਤਿੰਨ ਮੈਥਡ ਆ ਨਾ ਡਾਇਰੈਕਟ ਆ, ਇੱਕ ਤਾਂ ਵੋਲਟਮੀਟਰ ਐਮੀਟਰ ਦਾ ਡਾਇਰੈਕਟ ਹੋ ਗਿਆ, ਇੱਕ ਆਪਣੇ ਕੋਲ ਕੀ ਹੈਗਾ ਮਲਟੀਮੀਟਰ ਓਮੀਟਰ ਡਾਇਰੈਕਟ ਹੋ ਗਿਆ, ਇੱਕ ਆਪਣੇ ਕੋਲ ਹੋ ਗਿਆ ਮੈਗਰ। ਮੈਗਰ ਜਿਹੜਾ ਆਪਾਂ ਸਟੱਡੀ ਕੀਤਾ ਹੋਇਆ ਪਹਿਲਾਂ ਵੀ। ਠੀਕ ਹੈ, ਮੈਗਰ ਜਿਹੜਾ DC ਜਨਰੇਟਰ ਹੁੰਦਾ ਜਿਹਦੇ ਵਿੱਚ 500 ਵੋਲਟ ਤੱਕ ਜਨਰੇਟ ਕਰ ਦਿੰਦਾ, ਤਾਂ ਉਹ ਜੋ ਜਨਰੇਟਰ ਹੈ ਉਹਦੇ ਅਕੋਰਡਿੰਗ ਕੀ ਆ ਆਪਣੇ ਕੋਲ ਸਕੇਲ ਦੇ ਉੱਪਰ ਰੀਡਿੰਗ ਆ ਜਾਂਦੀ ਹੈ ਵੀ ਕਿੰਨੀ ਰੈਜ਼ਿਸਟੈਂਸ ਹੈ। ਠੀਕ ਹੈ, ਸੋ ਉਹਦੇ ਨਾਲ ਮੈਗਰ ਦੇ ਨਾਲ ਵੀ ਆਪਾਂ, ਵੈਸੇ ਜਿਹੜਾ ਮੈਗਰ ਹੁੰਦਾ ਇਹਨੂੰ ਆਪਾਂ ਛੋਟੀ ਰੇਂਜ 'ਚ ਨਹੀਂ ਕਦੇ ਵੀ ਯੂਜ਼ ਕਰਦੇ। ਛੋਟੀ ਰੇਂਜ ਦੇ ਵਿੱਚ ਆਪਾਂ ਵੋਲਟਮੀਟਰ ਐਮੀਟਰ ਨੂੰ ਯੂਜ਼ ਕਰ ਲੈਂਦੇ ਜੇ ਆਪਣੇ ਕੋਲ ਮਲਟੀਮੀਟਰ ਨਾ ਹੋਵੇ ਫਿਰ। ਓਕੇ, ਬਟ ਜੇ ਆਪਣੇ ਕੋਲ ਮਲਟੀਮੀਟਰ ਹੈਗਾ ਤਾਂ ਘੱਟ ਰੇਂਜ ਦੀ ਜਿਹੜੀ ਰੈਜ਼ਿਸਟੈਂਸ ਆ ਉਹਨੂੰ ਆਪਾਂ ਮਲਟੀਮੀਟਰ ਦੀ ਹੈਲਪ ਨਾਲ ਹੀ ਜਿਹੜਾ ਹੈ ਈਜ਼ੀਲੀ ਕਰ ਸਕਦੇ ਹਾਂ ਮੇਅਰ। ਜੇ ਆਪਣੀ ਰੈਜ਼ਿਸਟੈਂਸ ਦੀ ਜਿਹੜੀ ਵੈਲਿਊ ਆ ਉਹ ਆਪਣੇ ਕੋਲ ਜ਼ਿਆਦਾ ਹੈ, ਯਾਨੀ ਕਿ ਇਨ ਟਰਮਸ ਆਫ ਮੈਗਾ ਓਮ ਆਪਾਂ ਕਹਿ ਸਕਦੇ, ਜੇ ਮੈਗਾ ਓਮ ਦੇ ਵਿੱਚ ਆ ਰੈਜ਼ਿਸਟੈਂਸ ਦੀ ਵੈਲਿਊ ਤਾਂ ਫਿਰ ਆਪਾਂ ਜਿਹੜਾ ਉੱਥੇ ਮੈਗਰ ਨੂੰ ਯੂਜ਼ ਕਰਨਾ। ਠੀਕ ਹੈ, ਫਿਰ ਮੈਗਰ ਯੂਜ਼ ਕਰਨਾ। ਜੇ ਵੈਲਿਊ ਘੱਟ ਆ ਆਪਣੇ ਕੋਲ, ਮਲਟੀਮੀਟਰ ਹੈ ਨਹੀਂਗਾ, ਫਿਰ ਵੋਲਟਮੀਟਰ ਐਮੀਟਰ ਮੈਥਡ ਹੋ ਗਿਆ। ਜੇ ਆਪਣੇ ਕੋਲ ਮਲਟੀਮੀਟਰ ਹੈਗਾ ਆ, ਜਿੱਦਾਂ ਮੰਨ ਲਓ ਕਾਰਬਨ ਰੈਜ਼ਿਸਟੈਂਸ ਹੀ ਆਪਾਂ ਕਾਰਬਨ ਰੈਜ਼ਿਸਟੈਂਸ ਜਿਹੜੀ ਹੁੰਦੀ ਉਹਦੀ ਰੈਜ਼ਿਸਟੈਂਸ ਘੱਟ ਹੁੰਦੀ ਹੈ, ਜੇ ਉਹਨੂੰ ਆਪਾਂ ਮੇਅਰ ਕਰਨਾ ਤਾਂ ਆਪਾਂ ਮਲਟੀਮੀਟਰ ਦੇ ਨਾਲ ਮੇਅਰ ਕਰ ਸਕਦੇ ਹਾਂ। ਬਟ ਜੇ ਹੁਣ ਮੈਗਾ ਓਮ ਤੱਕ ਦੀ ਆਪਣੇ ਕੋਲ ਰੈਜ਼ਿਸਟੈਂਸ ਆ ਗਈ ਹੈ, ਠੀਕ ਹੈ ਨਾ, ਯਾਨੀ ਕਿ ਇਨਸੂਲੇਸ਼ਨ ਰੈਜ਼ਿਸਟੈਂਸ ਚੈੱਕ ਕਰਨੀ, ਤਾਂ ਉੱਥੇ ਆਪਾਂ ਮਲਟੀਮੀਟਰ ਨੇ ਕੋਈ ਕੰਮ ਨਹੀਂ ਦੇਣਾ, ਉੱਥੇ ਆਪਾਂ ਨੂੰ ਮੈਗਰ ਯੂਜ਼ ਕਰਨਾ ਪੈਣਾ। ਓਕੇ, ਤੇ ਜਿਹੜਾ ਆਪਣੇ ਕੋਲ ਇੱਕ ਇਨਡਾਇਰੈਕਟ ਮੈਥਡ ਆ ਉਹ ਹੈ ਵੀਟਸਟੋਨ ਬ੍ਰਿਜ, ਜਿਹਦੇ ਵਿੱਚ ਆਪਾਂ ਕੀ ਹੈ ਤਿੰਨ ਨੋਨ ਰੈਜ਼ਿਸਟੈਂਸ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਲਾ ਕੇ ਤੇ ਇੱਕ ਅਨਨੋਨ ਰੈਜ਼ਿਸਟੈਂਸ ਜਿਹੜੀ ਹੁੰਦੀ ਹੈ ਇਹਨੂੰ ਫਾਈਂਡ ਆਊਟ ਆਪਾਂ ਕਰਦੇ ਹਾਂ। ਤੇ ਕਿੱਦਾਂ ਫਾਈਂਡ ਆਊਟ ਕਰਦੇ ਹਾਂ, ਜਿਹੜਾ ਬ੍ਰਿਜ ਹੁੰਦਾ ਉਹਨੂੰ ਬੈਲੈਂਸ ਕਰ ਦਿੰਦੇ, ਸੈਂਟਰ 'ਚੋਂ ਕਰੰਟ ਜ਼ੀਰੋ ਹੋ ਗਿਆ ਤੇ ਆਪਾਂ ਵੈਲਿਊ ਜਿਹੜੀ ਆ ਫਾਈਂਡ ਆਊਟ ਕਰ ਲੈਂਦੇ ਹਾਂ। ਓਕੇ, ਸੋ ਇਹ ਰੈਜ਼ਿਸਟੈਂਸ ਮੇਅਰ ਕਰਨ ਦੇ ਮੈਥਡ ਸੀਗੇ। ਸੋ ਹੁਣ ਆਪਾਂ ਜਿਹੜੇ ਮੈਥਡ ਸਟੱਡੀ ਕਰਨੇ ਆ, ਜਿਹੜੇ ਮੇਨ ਮੈਥਡ ਹੈਗੇ ਆ, ਜਿਹੜੇ ਕਿ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੀ ਇੰਪੋਰਟੈਂਟ ਹੈਗੇ ਆ, ਇਹ ਹੈਗੇ ਆ ਕਾਫੀ ਬ੍ਰਿਜਸ ਆਪਾਂ ਸਟੱਡੀ ਕਰਨੀ, ਮੈਕਸਵੈਲ ਡਿਸਟੋਰਟਡ ਸ਼ੇਅਰਿੰਗ। ਸੋ ਇਹਦੇ ਵਿੱਚ ਡੈਰੀਵੇਸ਼ਨ ਪਾਰਟ ਵੀ ਆਪਣੇ ਕੋਲ ਥੋੜ੍ਹਾ ਜਿਹਾ ਹੈਗਾ। ਸੋ ਸਭ ਤੋਂ ਪਹਿਲਾਂ ਆਪਾਂ ਮੈਕਸਵੈਲ ਬ੍ਰਿਜ ਆਫ ਮੇਅਰਿੰਗ ਇੰਡਕਟੈਂਸ ਜਿਹੜਾ ਹੈ ਇਹਨੂੰ ਆਪਾਂ ਸਟੱਡੀ ਕਰਨਾ ਕਿ ਮੈਕਸਵੈਲ ਬ੍ਰਿਜ ਹੈਗਾ ਜਿਹਦੇ ਨਾਲ ਆਪਾਂ ਕੀ ਹੈ ਇੰਡਕਟੈਂਸ ਨੂੰ ਮੇਅਰ ਕਰਦੇ ਹਾਂ। ਸੋ ਇਹ ਜਿਹੜਾ ਬ੍ਰਿਜ ਹੁੰਦਾ ਹੈ ਅਨਨੋਨ ਰੈਜ਼ਿਸਟੈਂਸ ਜਿਹੜੀ ਆ ਉਹਨੂੰ ਕੰਪੇਅਰ ਕਰਦੇ ਹਾਂ ਆਪਾਂ। ਐਕਚੁਅਲ ਦੇ ਵਿੱਚ ਅਨਨੋਨ ਰੈਜ਼ਿਸਟੈਂਸ ਜਿਹੜੀਆਂ ਹੁੰਦੀਆਂ ਇਹਨਾਂ ਨੂੰ ਆਪਾਂ ਕੀ ਕਰਦੇ ਹਾਂ ਆਪਸ ਵਿੱਚ ਕੰਪੇਅਰ ਕਰਕੇ, ਠੀਕ ਹੈ,
ਤੇ ਆਪਾਂ ਇੰਡਕਟੈਂਸ ਜਿਹੜੀ ਹੁੰਦੀ ਸੈਲਫ ਇੰਡਕਟੈਂਸ ਜਿਹੜੀ ਹੁੰਦੀ ਨਾ ਉਹਦੀ ਵੈਲਿਊ ਜਿਹੜੀ ਹੁੰਦੀ ਉਹਨੂੰ ਮੇਜ਼ਰ ਕਰਦੇ। ਬਾਕੀ ਆ ਡਾਇਗਰਾਮ ਆ ਦੇਖੋ ਮੈਕਸਵੈਲ ਇੰਡਕਟੈਂਸ ਵਿੱਚ ਦਾ ਹੀ ਡਾਇਗਰਾਮ ਆ ਜਿਹਦੇ ਵਿੱਚ L1 ਕੀ ਆ ਮੇਰੇ ਕੋਲ ਅਨਨੋਨ ਇੰਡਕਟੈਂਸ ਆਫ ਰੈਜ਼ਿਸਟੈਂਸ R1 ਯਾਨੀ ਕਿ R1 ਇੱਕ ਮੇਰੇ ਕੋਲ ਰੈਜ਼ਿਸਟੈਂਸ ਆ ਜਿਹਦੀ ਕੀ ਆ L1 ਆਪਣੇ ਕੋਲ ਕੀ ਆ ਅਨਨੋਨ ਇੰਡਕਟੈਂਸ ਯਾਨੀ ਕਿ ਇਹਦੀ ਰੈਜ਼ਿਸਟੈਂਸ ਦੀ ਵੈਲਿਊ ਆਪਾਂ ਨੂੰ ਪਤਾ ਹੋਊਗੀ ਬਟ ਇਹਦੀ ਇੰਡਕਟੈਂਸ ਦੀ ਵੈਲਿਊ ਨਹੀਂ ਪਤਾ। ਠੀਕ ਹੈ, ਸੈਕਿੰਡ ਜਿਹੜਾ ਮੇਰੇ ਕੋਲ ਹੈਗੀ ਆ ਲਾਈਨ ਸੈਕਿੰਡ ਲਾਈਨ ਆ ਜਿਹੜੀ ਉਹ ਕੀ ਆ L2 ਵੇਰੀਏਬਲ ਇੰਡਕਟੈਂਸ ਆਫ ਫਿਕਸਡ ਰੈਜ਼ਿਸਟੈਂਸ। ਸੋ ਇਹਦੇ ਵਿੱਚ ਕੀ ਆ ਫਿਕਸਡ ਰੈਜ਼ਿਸਟੈਂਸ ਆ ਉਹਦੀ ਕੀ ਆ ਵੇਰੀਏਬਲ ਰੈਜ਼ਿਸਟੈਂਸ ਆ। ਠੀਕ ਆ, ਉਸ ਤੋਂ ਬਾਅਦ R2 ਕੀ ਆ R2 ਕੀ ਆ ਮੇਰੇ ਕੋਲ ਵੇਰੀਏਬਲ ਰੈਜ਼ਿਸਟੈਂਸ ਕਨੈਕਟਡ ਇਨ ਸੀਰੀਜ਼ ਵਿਦ R2। ਸੋ ਇਹ ਜਿਹੜੀ R1 ਹੈ ਕੀ ਹੈ ਵੇਰੀਏਬਲ ਰੈਜ਼ਿਸਟੈਂਸ ਆ ਮੇਰੇ ਕੋਲ ਜਿਹੜੀ ਕਿਹਦੇ ਨਾਲ ਲੱਗੀ ਹੋਈ ਹੈ L2 ਦੇ ਨਾਲ ਲੱਗੀ ਹੈ। L2 ਵੀ ਕੀ ਆ ਵੇਰੀਏਬਲ ਰੈਜ਼ਿਸਟੈਂਸ ਆ। ਤੇ R3 ਤੇ R4 ਕੀ ਆ ਨੋਨ ਇੰਡਕਟੈਂਸ ਰੈਜ਼ਿਸਟੈਂਸ। ਤੇ R3 ਤੇ R4 ਕੀ ਆ ਮੇਰੇ ਕੋਲ ਇਹ ਜਿਹੜੀਆਂ ਆ ਆਪਾਂ ਨੂੰ ਨੋਨ ਆ ਯਾਨੀ ਕਿ R3 ਦੀ ਵੈਲਿਊ ਵੀ ਪਤਾ ਆ R4 ਦੀ ਵੈਲਿਊ ਵੀ ਪਤਾ ਹੈ ਬਟ ਇਹ ਜਿਹੜੀਆਂ ਰੈਜ਼ਿਸਟੈਂਸ ਆ ਇਹਨਾਂ ਦੀ ਕੋਈ ਇੰਡਕਟੈਂਸ ਨਹੀਂ ਹੈਗੀ। ਠੀਕ ਆ, ਯਾਨੀ ਕਿ ਇਹਨਾਂ ਦੋਨਾਂ ਦੀ ਕੀ ਆ ਕੋਈ ਵੀ ਇੰਡਕਟੈਂਸ ਨਹੀਂ ਹੈਗੀ। ਜਿਹੜੀ ਇਹ ਵਾਲੀ ਬ੍ਰਾਂਚ ਆ ਤੇ ਇਹ ਵਾਲੀ ਬ੍ਰਾਂਚ ਆ। ਠੀਕ ਆ, ਇਹਨਾਂ ਦੋਨਾਂ ਯਾਨੀ ਕਿ ਜਿਹਦੇ ਵਿੱਚ I1 ਫਲੋ ਕਰਦਾ ਤੇ ਜਿਹਦੇ ਵਿੱਚ I2 ਫਲੋ ਕਰਦਾ ਇਹਨਾਂ ਦੀ ਜਿਹੜੀ ਰੈਜ਼ਿਸਟੈਂਸ ਹੈ ਇਹਨਾਂ ਦੀ ਆਪਣੀ ਇੰਡਕਟੈਂਸ ਹੈ। ਠੀਕ ਆ, ਸੋ ਬੈਲੈਂਸਡ ਕੰਡੀਸ਼ਨ ਦੇ ਵਿੱਚ ਮੇਰੇ ਕੋਲ ਕੀ ਹੋਊਗਾ ਜਿਹੜਾ R1 ਹੋਊਗਾ ਯਾਨੀ ਕਿ R1 ਹੋਊਗਾ ਇਹਦੀ ਵੈਲਿਊ ਕੀ ਹੋਊਗੀ R3 ਡਿਵਾਈਡਡ ਬਾਈ R4। ਠੀਕ ਆ, ਤੇ ਮਲਟੀਪਲਾਈ ਬਾਈ R2 ਪਲੱਸ ਆ ਜਿਹੜਾ ਸਮਾਲ R2 ਆ। ਠੀਕ ਆ, ਸੋ ਇਹ ਆਪਾਂ ਤੁਹਾਨੂੰ ਮੈਂ ਪਹਿਲਾਂ ਵੀ ਸ਼ਾਇਦ ਉਹਦੇ ਵਿੱਚ ਦੱਸਿਆ ਸੀਗਾ ਜਿਹੜਾ ਮੈਕਸਵੈਲ ਬ੍ਰਿਜ ਪੜਿਆ ਸੀ ਉਹਦੇ ਵਿੱਚ ਵੀ ਆਪਾਂ ਜਦੋਂ ਅਨਨੋਨ ਰੈਜ਼ਿਸਟੈਂਸ ਫਾਈਂਡ ਆਊਟ ਕਰਦੇ ਹਾਂ ਕਿੱਦਾਂ ਕਰਦੇ ਹਾਂ RX ਡਿਵਾਈਡਡ ਬਾਈ RP ਇਜ਼ ਇਕੁਅਲ ਟੂ RS ਡਿਵਾਈਡਡ ਬਾਈ RQ। ਫਿਰ RX ਇੱਧਰ ਰਹਿ ਜਾਂਦਾ ਤੇ RS ਡਿਵਾਈਡਡ ਬਾਈ RQ ਤੇ RP ਨਾਲ ਆਪਾਂ ਮਲਟੀਪਲਾਈ ਕਰਦੇ ਹਾਂ। ਸੇਮ ਇੱਥੇ ਵੀ ਯੂਜ਼ ਕੀਤਾ ਹੋਇਆ ਆਪਾਂ ਮੈਥਡ। ਸੋ R1 ਡਿਵਾਈਡਡ ਬਾਈ ਕੀ ਸੀ R2। ਠੀਕ ਆ, ਪਲੱਸ ਸਮਾਲ R2 ਇਜ਼ ਇਕੁਅਲ ਟੂ ਕੀ ਸੀ R3 ਡਿਵਾਈਡਡ ਬਾਈ R4। ਸੋ ਆ ਜਿਹੜਾ ਆਹ ਵਾਲੀ ਬ੍ਰਾਂਚ ਸੀ ਇਹ ਮਲਟੀਪਲਾਈ ਹੋ ਗਈ ਇੱਧਰਲੀ ਬ੍ਰਾਂਚ ਨਾਲ। ਸੋ ਆਈ ਕਿੰਨਾ ਇਹ ਵੀ ਆਪਾਂ ਵੈਲਿਊ ਅੱਗੇ ਪੜ੍ਹਦੇ ਹਾਂ ਸਾਰਾ। ਉਸ ਤੋਂ ਪਹਿਲਾਂ ਇਹ ਵੀ ਤੁਹਾਨੂੰ ਦੱਸ ਦੇਵਾਂ ਕਿ ਜਿਹੜਾ ਆਪਣੇ ਕੋਲ R3 ਦੀ ਵੈਲਿਊ ਆ ਨਾ R3 ਦੀ ਵੈਲਿਊ ਆ ਇਹ 10 ਓਮ ਤੋਂ ਲੈ ਕੇ 1000 ਓਮ ਤੱਕ ਹੋ ਸਕਦੀ ਆ। ਠੀਕ ਆ, ਉਹ ਆਪਾਂ ਆਪਣੇ ਹਿਸਾਬ ਨਾਲ ਡਿਸਾਈਡ ਕਰਨੀ ਹੁੰਦੀ ਤਾਂ ਕਿ ਜਿਹੜਾ ਮੇਰਾ ਬ੍ਰਿਜ ਆ ਨਾ ਇਹ ਬੈਲੈਂਸ ਰਵੇ। ਇਹਦੀ ਵੈਲਿਊ ਹੁੰਦੀ ਫਿਕਸਡ ਰੈਜ਼ਿਸਟੈਂਸ ਆ ਬਟ 10 ਤੋਂ 1000 ਓਮ ਤੱਕ ਦੀ ਹੋ ਸਕਦੀ ਹੈ ਬਟ ਵੈਲਿਊ ਇਹਦੀ ਆਪਣੇ ਹਿਸਾਬ ਨਾਲ ਇਹ ਸਿਲੈਕਟ ਕਰਨੀ ਹੁੰਦੀ ਤਾਂ ਕਿ ਜਿਹੜਾ ਆਪਣੇ ਕੋਲ ਸੈਂਟਰ ਆ ਇਹਦੇ ਵਿੱਚ ਜ਼ੀਰੋ ਕਰੰਟ ਫਲੋ ਕਰੇ ਤੇ ਸਰਕਟ ਮੇਰਾ ਬੈਲੈਂਸ ਹੋਵੇ। ਠੀਕ ਹੈ, ਗਲਵੈਨੋਮੀਟਰ ਹੁੰਦਾ ਇਹ 'ਚ ਜ਼ੀਰੋ ਕਰੰਟ ਫਲੋ ਕਰਨਾ ਚਾਹੀਦਾ ਤਾਂ ਹੀ ਮੇਰਾ ਸਰਕਟ ਬੈਲੈਂਸ ਹੋਊਗਾ। ਸੋ ਹੁਣ ਆਪਰੇਸ਼ਨ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਆ ਜੇ ਮੇਰਾ ਸਰਕਟ ਜਿਹੜਾ ਹੈ ਬੈਲੈਂਸ ਆ ਤਾਂ ਜਿਹੜਾ ਵੋਲਟੇਜ ਡ੍ਰੌਪ V1 ਆ ਬ੍ਰਾਂਚ 1 ਦੇ ਅਕਰੋਸ ਯਾਨੀ ਕਿ ਜਿਹੜੀ ਬ੍ਰਾਂਚ 1 ਆ ਇਹਦੇ ਅਕਰੋਸ ਜਿਹੜਾ ਵੋਲਟੇਜ ਡ੍ਰੌਪ ਹੋਊਗਾ ਉਹ ਕਿਹੜਾ ਹੋਊਗਾ ਉਹ ਹੋਊਗਾ V1। ਠੀਕ ਆ, ਤੇ ਉਹ ਕਿਹਦੇ ਇਕੁਅਲ ਹੋਊਗਾ ਵੋਲਟੇਜ ਡ੍ਰੌਪ ਅਕਰੋਸ ਬ੍ਰਾਂਚ 2 ਐਂਡ ਕਰੰਟ ਇਨ ਬ੍ਰਾਂਚ 1। ਠੀਕ ਹੈ, ਸੋ ਉਹ ਕਿਹਦੇ ਅਕਰੋਸ ਹੋਊਗਾ ਜਿਹੜਾ V1 ਵੋਲਟੇਜ ਡ੍ਰੌਪ ਆ ਕਿਹਦੇ ਅਕਰੋਸ ਹੋਊਗਾ ਇਕੁਅਲ ਟੂ ਦਾ ਬ੍ਰਾਂਚ 2 ਯਾਨੀ ਕਿ ਜਿਹੜੀ ਬ੍ਰਾਂਚ ਨੰਬਰ 2 ਆ ਆਹ ਵਾਲੀ ਬ੍ਰਾਂਚ ਆ ਇਹਦੇ ਦੇ ਵਿੱਚ ਤੇ ਇਹਦੇ ਵਿੱਚ ਇਹਨਾਂ ਦੋਨਾਂ 'ਚ ਵੋਲਟੇਜ ਡ੍ਰੌਪ ਕੀ ਹੋਊਗਾ ਸੇਮ ਹੋਊਗਾ। ਠੀਕ ਹੈ, ਜਿਹਦੇ ਵਿੱਚ I1 ਕਰੰਟ ਫਲੋ ਕਰਦਾ ਤੇ I2 ਇਹ ਦੋਨਾਂ ਦੇ ਵਿੱਚ ਕੀ ਹੋਊਗਾ ਮੇਰੇ ਕੋਲ ਵੋਲਟੇਜ ਡ੍ਰੌਪ ਜਿਹੜਾ ਹੋਊਗਾ ਉਹ ਕੀ ਹੋਊਗਾ ਸੇਮ ਹੋਊਗਾ। ਐਂਡ ਕਰੰਟ ਇਨ ਬ੍ਰਾਂਚ 1 ਇਜ਼ I1 ਵਿਚ ਇਜ਼ ਸੇਮ ਐਜ਼ ਕਰੰਟ ਇਨ ਬ੍ਰਾਂਚ 3। ਤੇ ਜਿਹੜਾ ਕਰੰਟ ਜਿਹੜਾ ਮੇਰੇ ਕੋਲ ਇੱਥੇ I1 ਫਲੋ ਕਰ ਰਿਹਾ ਆ ਇਸ ਬ੍ਰਾਂਚ ਦੇ ਵਿੱਚ ਫਲੋ ਕਰ ਰਿਹਾ ਉਹੀ ਕਰੰਟ ਜਿਹੜਾ ਇੱਥੇ ਵੀ ਫਲੋ ਕਰ ਰਿਹਾ। ਠੀਕ ਆ, ਕਿਉਂਕਿ ਇਹਦੇ ਸੀਰੀਜ਼ ਦੇ ਵਿੱਚ ਆ ਗਿਆ ਨਾ ਦੇਖੋ ਇੱਥੋਂ ਜਿਹੜਾ ਕਰੰਟ ਆ ਦੇਖੋ ਆਹੀ ਕਰੰਟ ਇੱਥੇ ਫਲੋ ਕੀਤਾ ਇੱਧਰ ਨੂੰ ਆਹੀ ਕਰੰਟ ਇੱਥੇ ਫਲੋ ਕੀਤਾ। ਠੀਕ ਆ, ਸੋ I1 ਬ੍ਰਾਂਚ ਜਿਹੜੀ ਹੈ ਯਾਨੀ ਕਿ 1 ਨੰਬਰ ਬ੍ਰਾਂਚ ਆ ਤੇ ਜਿਹੜੀ 3 ਨੰਬਰ ਬ੍ਰਾਂਚ ਆ ਇਹਨਾਂ 'ਚ ਕਰੰਟ ਸੇਮ ਹੋਊਗਾ। ਠੀਕ ਆ, ਦੁਬਾਰਾ ਦੱਸ ਦਿੰਦਾ ਜਿਹੜੀ ਵੋਲਟੇਜ ਡ੍ਰੌਪ ਹੋਊਗੀ ਉਹ ਇਸ ਬ੍ਰਾਂਚ ਦੇ ਵਿੱਚ 1 ਨੰਬਰ ਬ੍ਰਾਂਚ ਤੇ 2 ਨੰਬਰ ਬ੍ਰਾਂਚ ਨੂੰ ਲਿਖ ਲਿਓ ਇਹਨਾਂ ਦੇ ਵਿੱਚ ਵੋਲਟੇਜ ਸੇਮ ਹੋਊਗੀ ਬਟ ਕਰੰਟ ਅਲੱਗ-ਅਲੱਗ ਹੋਊਗਾ। ਠੀਕ ਆ, ਕਿਉਂਕਿ ਦੇਖੋ ਇੱਧਰੋਂ ਕਰੰਟ ਆਇਆ ਮੇਰਾ ਤੇ ਕਰੰਟ ਕੀ ਇੱਕ ਇੱਧਰ ਨੂੰ ਡਿਵਾਈਡ ਹੋ ਗਿਆ ਤੇ ਇੱਧਰ ਨੂੰ ਡਿਵਾਈਡ ਹੋ ਗਿਆ। ਠੀਕ ਆ, ਬਟ ਜਿਹੜਾ ਕਰੰਟ ਇੱਧਰ ਨੂੰ ਗਿਆ ਉਹੀ ਕਰੰਟ ਇੱਧਰ ਨੂੰ ਗਿਆ ਇਸ ਕਰਕੇ ਜਿਹੜੀ 1 ਬ੍ਰਾਂਚ ਆ ਤੇ 3 ਬ੍ਰਾਂਚ ਆ ਉਹਦੇ ਵਿੱਚ ਕਰੰਟ ਸੇਮ ਹੋਊਗਾ। ਸੇਮ ਹੀ ਜੇ ਮੈਂ ਅੱਗੇ ਗੱਲ ਕਰਾਂ ਤਾਂ ਇਹਦੇ ਵਿੱਚ ਜਿਹੜੀ ਬ੍ਰਾਂਚ 3 ਆ ਤੇ ਜਿਹੜੀ ਬ੍ਰਾਂਚ 4 ਆ ਇਹਨਾਂ ਦੋਨਾਂ ਦੇ ਵਿੱਚ ਕੀ ਹੋਊਗਾ ਵੋਲਟੇਜ ਡ੍ਰੌਪ ਜਿਹੜਾ ਹੋਊਗਾ ਸੇਮ ਹੋਊਗਾ। ਠੀਕ ਆ, ਤੇ ਜਿਹੜੀ ਬ੍ਰਾਂਚ 2 ਆ ਤੇ ਬ੍ਰਾਂਚ 4 ਆ ਇਹਦੇ ਵਿੱਚ ਜਿਹੜਾ ਕਰੰਟ ਹੋਊਗਾ ਉਹ ਸੇਮ ਹੋਊਗਾ। ਠੀਕ ਆ, ਸੋ I1 ਕਰੰਟ ਇੱਥੋਂ ਫਲੋ ਕੀਤਾ I1 ਹੀ ਇੱਧਰ ਨੂੰ ਗਿਆ ਇਸ ਕਰਕੇ ਬ੍ਰਾਂਚ 1 ਤੇ ਬ੍ਰਾਂਚ 3 'ਚ ਕਰੰਟ ਸੇਮ ਆ। I2 ਜਿਹੜਾ ਇੱਥੋਂ ਬ੍ਰਾਂਚ 2 'ਚੋਂ ਗਿਆ ਤੇ ਆ ਦੇਖੋ ਬ੍ਰਾਂਚ 4 ਦੇ ਵਿੱਚ ਚਲਾ ਗਿਆ। ਸੋ ਕਰੰਟ ਜਿਹੜਾ ਆ ਬ੍ਰਾਂਚ 2 ਤੇ ਬ੍ਰਾਂਚ 4 ਦੇ ਵਿੱਚ ਜਿਹੜਾ ਸੇਮ ਹੋਊਗਾ। ਸੋ ਡਾਇਗਰਾਮ 'ਚ ਵੀ ਦੇਖੋ ਨਾ ਤੁਸੀਂ ਆ ਦੇਖੋ I2 ਇੱਥੋਂ ਇੱਥੇ ਤੱਕ I2 ਹੀ ਫਲੋ ਕਰਦਾ ਇੱਧਰੋਂ I1 ਆ ਇੱਥੇ ਤੱਕ I1 ਹੀ ਫਲੋ ਕਰਦਾ। ਸੋ ਇਹਨਾਂ ਦੇ ਵਿੱਚ ਤੋਂ ਆਪਾਂ ਨੂੰ ਇਹੀ ਪ੍ਰੂਫ ਹੁੰਦਾ ਕਿ ਜਿਹੜਾ ਕਰੰਟ ਆ ਇਹਨਾਂ ਬ੍ਰਾਂਚਸ ਦੇ ਵਿੱਚ ਸੇਮ ਹੋਊਗਾ ਜਿਹੜੀਆਂ ਇੱਕੋ ਬ੍ਰਾਂਚਸ ਮਿਲ ਰਹੀਆਂ ਆਪਸ ਦੇ ਵਿੱਚ। ਸੋ ਬ੍ਰਾਂਚ 1 ਤੇ ਬ੍ਰਾਂਚ 3 'ਚ ਕਰੰਟ ਸੇਮ ਹੋਊਗਾ ਬ੍ਰਾਂਚ 2 ਬ੍ਰਾਂਚ 4 'ਚ ਕਰੰਟ ਸੇਮ ਹੋਊਗਾ। ਜੇ ਵੋਲਟੇਜ ਦੀ ਗੱਲ ਕਰੀਏ ਤਾਂ ਆਪੋਜ਼ਿਟ ਬ੍ਰਾਂਚਸ 'ਚ ਵੋਲਟੇਜ ਸੇਮ ਹੋਊਗੀ E1 E2 ਦੀ ਵੋਲਟੇਜ ਸੇਮ ਹੋਊਗੀ E3 E4 ਦੀ ਵੋਲਟੇਜ ਜਿਹੜੀ ਹੋਊਗੀ ਉਹ ਕੀ ਹੋਊਗੀ ਸੇਮ ਹੋਊਗੀ। ਸੋ ਦਾ ਵੋਲਟੇਜ ਡ੍ਰੌਪ ਕੀ ਹੋਊਗਾ ਹਰ ਫੇਸ ਦੇ ਵਿੱਚ ਮੈਗਨੀਟਿਊਡ ਦੇ ਫੇਸ ਦੇ ਵਿੱਚ। ਸੋ ਵੋਲਟੇਜ ਡ੍ਰੌਪ ਦੀ ਵੈਲਿਊ ਮੇਰੇ ਕੋਲ ਕੀ ਆ ਜਾਣੀ ਆ I1 V ਇਜ਼ ਇਕੁਅਲ ਟੂ ਕੀ ਹੁੰਦਾ IR ਹੁੰਦਾ ਨਾ ਆਪਣੇ ਕੋਲ V ਇਜ਼ ਇਕੁਅਲ ਟੂ ਕੀ ਹੁੰਦਾ IR। ਸੋ ਇੱਥੇ ਜਿਹੜੀ ਰੈਜ਼ਿਸਟੈਂਸ ਆ ਉਹਨੂੰ ਆਪਾਂ ਇੰਪੀਡੈਂਸ ਕੰਸੀਡਰ ਕਰਦੇ ਹਾਂ। Z ਦਾ ਮਤਲਬ ਹੁੰਦਾ ਇੰਪੀਡੈਂਸ ਤੁਸੀਂ ਪੜ੍ਹਿਆ ਹੋਣਾ ਵੀ ਫੰਡਾਮੈਂਟਲ ਦੇ ਵਿੱਚ। Z ਦਾ ਮਤਲਬ ਕੀ ਹੁੰਦਾ ਮੇਰੇ ਕੋਲ ਇੰਪੀਡੈਂਸ ਹੁੰਦਾ। ਸੋ Z ਜਿਹੜਾ ਹੁੰਦਾ ਕਿਉਂ ਆਪਾਂ ਇੱਥੇ ਰੈਜ਼ਿਸਟੈਂਸ ਕਿਉਂ ਨਹੀਂ ਲਿਆ
ਕਿਉਂਕਿ V ਇਜ਼ ਇਕੁਅਲ ਟੂ ਆਈ ਆਰ ਹੁੰਦਾ ਨਾ, ਆਪਾਂ ਨੂੰ R ਦੀ ਵੈਲਿਊ ਲੈਣੀ ਚਾਹੀਦੀ ਸੀ, ਪਰ ਆਪਾਂ Z ਵੀ ਲਿਆ। ਕਿਉਂ Z ਲਿਆ? ਕਿਉਂਕਿ ਇਹਦੇ ਵਿੱਚ ਦੇਖੋ ਇੰਡਕਟੈਂਸ ਵੀ ਆ ਗਈ ਹੈ, ਠੀਕ ਆ। ਸੋ ਜਿਹੜੀ ਇੰਟਰਨਲ ਰੈਜ਼ਿਸਟੈਂਸ ਹੁੰਦੀ ਆ ਉਹਨੂੰ ਆਪਾਂ ਕੀ ਆ ਇੰਪੀਡੈਂਸ ਦੇ ਨਾਲ ਹੀ ਡੋਨੇਟ ਕਰਦੇ ਹਾਂ। ਇਸ ਕਰਕੇ ਆਪਾਂ ਜਿਹੜਾ R1 ਸੀਗਾ ਜਾਂ R2 ਸੀਗਾ ਉਹਨੂੰ ਆਪਾਂ ਕੀ ਕੀਤਾ, Z1 Z2 ਲਿਖਿਆ ਹੋਇਆ। ਓਕੇ, ਇਹ ਚੀਜ਼ ਮਾਈਂਡ 'ਚ ਰੱਖਿਓ। ਸੋ ਵੋਲਟੇਜ ਡ੍ਰੌਪ ਦੋਨੋਂ ਬ੍ਰਾਂਚਿਸ ਦਾ ਕੀ ਹੋਊਗਾ, ਇਕੁਅਲ ਹੋਊਗਾ, ਮੈਗਨੀਟਿਊਡ ਦੇ ਵਿੱਚ ਵੀ ਤੇ ਫੇਸ ਦੇ ਵਿੱਚ ਵੀ। ਕਿਉਂ ਵੋਲਟੇਜ ਡ੍ਰੌਪ ਦੋਨੋਂ ਬ੍ਰਾਂਚਿਸ ਦਾ ਸੇਮ ਹੋਊਗਾ? ਕਿਉਂਕਿ ਇਹ ਦੋਨਾਂ ਦੀ ਵੋਲਟੇਜ ਸੇਮ ਹੈ, ਇਹਨਾਂ ਦੋਨਾਂ ਦੀ ਵੋਲਟੇਜ ਸੇਮ ਆ। ਓਕੇ, ਸੋ ਜੇ ਮੈਂ ਗੱਲ ਕਰਾਂ ਹੁਣ ਵੋਲਟੇਜ ਕਰੰਟ ਦੀ ਵੀ, ਦੇਖੋ ਜੇ ਆਪਾਂ ਗੱਲ ਕਰੀਏ ਤਾਂ ਦੇਖੋ ਕਰੰਟ ਵੀ I1 ਇੱਧਰ ਹੋ ਗਿਆ, I1 ਹੀ ਇੱਧਰ ਆਇਆ, I2 ਇੱਧਰ ਹੋ ਗਿਆ, I2 ਹੀ ਇੱਧਰ ਗਿਆ। ਇਸ ਕਰਕੇ ਕਰੰਟ ਸੇਮ ਆ ਤਾਂ ਜਿਹੜੀ ਵੋਲਟੇਜ ਡ੍ਰੌਪ ਹੋਣੀ ਉਹ ਵੀ ਸੇਮ ਹੀ ਹੋਣੀ ਦੋਨੋਂ ਬ੍ਰਾਂਚਿਸ ਦੇ ਵਿੱਚ। ਸੋ I1 Z1 ਜਿਹੜਾ ਹੋਣਾ ਕਿਹਦੇ ਇਕੁਅਲ ਟੂ ਹੋਣਾ, I2 Z2। ਸੋ I1, ਠੀਕ ਆ, I1 ਤੇ ਇਹਦਾ ਜਿਹੜਾ Z1 ਆ, ਠੀਕ ਆ, I1 ਤੇ Z1 ਇਕੁਅਲ ਟੂ ਹੋਣਾ I2 Z2 ਦੇ। ਓਕੇ, ਸੋ ਜੇ ਮੈਂ ਹੁਣ ਇੱਧਰ ਦੇਖਾਂ Z ਦੀ ਵੈਲਿਊ ਜੇ ਮੈਂ ਕੱਢਣੀ ਆ, ਹੁਣ ਦੇਖੋ R ਜਿਹੜੀ Z ਆ ਯਾਨੀ ਕਿ ਇੰਟਰਨਲ ਇੰਪੀਡੈਂਸ ਆ, ਇੰਟਰਨਲ ਇੰਪੀਡੈਂਸ ਦੇ ਵਿੱਚ ਹੁਣ ਦੇਖੋ ਮੇਰੇ ਕੋਲ ਰੈਜ਼ਿਸਟੈਂਸ ਇੰਡਕਟੈਂਸ ਵੀ ਆਈ ਹੋਈ ਆ, ਠੀਕ ਆ। ਸੋ ਇਸ ਕਰਕੇ ਜਿਹੜੀ ਇੰਟਰਨਲ ਇੰਪੀਡੈਂਸ ਆ ਜਿੱਤੇ I1 ਦੀ ਕੀ ਆਉਣੀ ਆ, R1 ਪਲੱਸ J ਓਮੇਗਾ L1, ਠੀਕ ਆ। ਇਹ J ਓਮੇਗਾ ਇਮੈਜਨਰੀ ਪਾਰਟ ਆ, ਸੋ L1, ਠੀਕ ਆ, ਇਜ਼ ਇਕੁਅਲ ਟੂ I2, ਠੀਕ ਆ। I2 ਦੇ ਵਿੱਚ ਇੱਧਰਲੀ ਬ੍ਰਾਂਚ ਦੀ ਚੈੱਕ ਕਰ ਰਿਹਾ ਮੈਂ ਹਜੇ, I2 ਬ੍ਰੈਕਟ ਸਟਾਰਟ R2, ਠੀਕ ਆ, R2 ਪਲੱਸ J ਓਮੇਗਾ L2, ਠੀਕ ਆ। ਸੋ Z1 ਦੀ ਵੈਲਿਊ ਪੁੱਟ ਕਰਤੀ, Z2 ਦੀ ਵੈਲਿਊ ਪੁੱਟ ਕਰਤੀ, ਜਿਹੜੀ ਕਿ ਆ ਗਈ I1 R1 ਪਲੱਸ J ਓਮੇਗਾ L1 ਤੇ I2 R2 ਪਲੱਸ J ਓਮੇਗਾ L2। ਓਕੇ, ਸੋ ਨੈਕਸਟ ਕੀ ਆ, ਮੈਂ ਇਹਨਾਂ ਨੂੰ ਰੀਪਲੇਸ ਵੀ ਕਰ ਸਕਦਾ। ਜੇ ਮੈਂ ਨੈਕਸਟ I3 ਤੇ I4 ਦੀ ਗੱਲ ਕਰਾਂ, ਜਿੱਦਾਂ I1 ਤੇ I2 ਦਾ ਦੇਖੋ ਮੈਂ ਦੇਖ ਲਿਆ, I1 ਤੇ I2 ਦਾ, ਠੀਕ ਆ। ਵੋਲਟੇਜ ਡ੍ਰੌਪ ਦੀ ਜੇ ਮੈਂ ਗੱਲ ਕਰਾਂ, ਇਹ ਕਿਹਦੀ ਗੱਲ ਕੀਤੀ ਸੀ ਮੈਂ, ਇੱਕ ਇਹ ਬ੍ਰਾਂਚ ਦੀ ਵੋਲਟੇਜ ਡ੍ਰੌਪ ਕੀਤਾ ਤੇ ਇੱਕ ਇਸ ਬ੍ਰਾਂਚ ਦਾ ਮੈਂ ਵੋਲਟੇਜ ਡ੍ਰੌਪ ਦੀ ਗੱਲ ਕੀਤੀ ਹੈ, ਠੀਕ ਆ। I1 ਬ੍ਰਾਂਚ ਦਾ ਵੋਲਟੇਜ ਡ੍ਰੌਪ ਤੇ I2 ਬ੍ਰਾਂਚ ਦਾ ਵੋਲਟੇਜ ਡ੍ਰੌਪ, ਠੀਕ ਆ। ਹੁਣ ਸਿਮਿਲਰਲੀ ਜੇ ਮੈਂ ਬ੍ਰਾਂਚ 3 ਤੇ ਬ੍ਰਾਂਚ 4 ਦੇ ਵੋਲਟੇਜ ਡ੍ਰੌਪ ਦੀ ਗੱਲ ਕਰਾਂ ਤਾਂ ਕੀ ਹੋਊਗਾ, I3, ਠੀਕ ਆ, I3 R3 I4 R4। ਕਿਉਂ? ਕਿਉਂਕਿ ਇਹ 'ਚ ਦੇਖੋ ਕੋਈ ਇਮੈਜਨਰੀ ਪਾਰਟ ਨਹੀਂ ਹੈਗਾ, ਕਿਉਂਕਿ ਇਹ 'ਚ ਕੋਈ ਇੰਡਕਟੈਂਸ ਨਹੀਂ ਲੱਗੀ, ਇਸ ਕਰਕੇ ਆਪਾਂ ਸਿੰਪਲੀ ਇਹਨੂੰ R3 ਤੇ R4 ਲਿਖਿਆ, ਠੀਕ ਆ। ਬਟ ਇੱਥੇ ਆਪਣੇ ਕੋਲ ਇਮੈਜਨਰੀ ਪਾਰਟ ਸੀ, ਇਸ ਕਰਕੇ R1 ਪਲੱਸ J ਓਮੇਗਾ L1 ਲਿਖਿਆ, ਠੀਕ ਆ। ਪੁਆਇੰਟ ਸਮਝਗੇ ਨਾ? ਜਿੱਥੇ ਆ ਦੇਖੋ ਪਹਿਲਾਂ ਇਹ ਬ੍ਰਾਂਚ ਲਈ ਸੀ, ਇਹਦੇ ਵਿੱਚ ਇੰਡਕਟੈਂਸ ਵੀ, ਇਸ ਕਰਕੇ ਆਪਾਂ J ਓਮੇਗਾ L ਲਿਖਿਆ। ਓਕੇ, ਬਟ ਇੱਥੇ ਆਪਣੇ ਕੋਲ ਕੀ ਆ, ਕੋਈ ਇੰਡਕਟੈਂਸ ਨਹੀਂ ਲੱਗੀ ਹੋਈ, ਇਸ ਕਰਕੇ ਸਿੰਪਲੀ I3 R3 ਤੇ I4 R4 ਆਪਾਂ ਲਿਖਤਾ ਇਹਨੂੰ, ਠੀਕ ਆ। ਇਹ ਕੀ ਹੈ, ਇਜ਼ ਇਕੁਅਲ ਟੂ ਕੀ ਆ, V2 ਦੇ ਇਕੁਅਲ ਆ, ਯਾਨੀ ਕਿ ਵੋਲਟੇਜ ਜਿਹੜੀ ਆ ਸੈਕਿੰਡ ਬ੍ਰਾਂਚ ਦੀ ਸੇਮ ਹੀ ਹੋਣੀ, ਓਬਵੀਅਸ ਹੀ ਗੱਲ ਆ, ਠੀਕ ਆ। ਸੋ ਹੁਣ ਆਪਣੇ ਕੋਲ ਦੇਖੋ ਜੇ ਮੈਂ ਗੱਲ ਕਰਾਂ ਕਰੰਟ ਦੀ ਤਾਂ I3 ਜਿਹੜਾ ਤੀਸਰੀ ਬ੍ਰਾਂਚ ਦਾ ਕਰੰਟ ਹੈ, ਇਹਨੂੰ ਪਲੀਜ਼ ਲਿਖ ਜ਼ਰੂਰ ਰਹੀਓ, ਬ੍ਰਾਂਚ 1 ਬ੍ਰਾਂਚ 2 ਬ੍ਰਾਂਚ 3 ਤੇ ਬ੍ਰਾਂਚ 4, ਠੀਕ ਆ। ਸੋ ਇਹਨਾਂ ਦੇ ਵਿੱਚ ਰਿਸਪੈਕਟਿਵਲੀ ਕਰੰਟ ਤੇ ਵੋਲਟੇਜ ਵੀ ਹੋਣਗੇ। ਸੋ I3 ਜਿਹੜਾ ਆ, I3 ਕਿਹਦੇ ਇਕੁਅਲ ਹੋਗਾ, I3 ਕੀ ਆ, I1 ਦੇ ਇਕੁਅਲ, ਇੱਥੇ ਲਿਖਿਆ ਵੀ ਹੋਇਆ ਦੇਖੋ। I2 ਕਿਹਦੇ ਇਕੁਅਲ ਆ, I4 ਦੇ ਇਕੁਅਲ ਆ। ਸੋ ਇਸ ਕਰਕੇ I3 ਇਜ਼ ਇਕੁਅਲ ਟੂ I1 ਅਤੇ I4 ਇਜ਼ ਇਕੁਅਲ ਟੂ I2 ਆ। ਸੋ ਇਹਨੂੰ ਮੈਂ ਰੀਪਲੇਸ ਕਰ ਸਕਦਾ ਨਾ, I3 ਨੂੰ I1 ਨਾਲ ਰੀਪਲੇਸ ਕਰਤਾ ਤੇ I4 ਜਿਹੜਾ ਇਹਨੂੰ I2 ਨਾਲ ਰੀਪਲੇਸ ਕਰਤਾ। ਓਕੇ, ਸੋ ਜਦੋਂ ਮੈਂ ਦੋਨੋਂ ਇਕੁਏਸ਼ਨ ਜਿਹੜੀਆਂ ਆਪਸ 'ਚ ਡਿਵਾਈਡ ਕਰੂੰਗਾ, ਯਾਨੀ ਕਿ ਇਸ ਇਕੁਏਸ਼ਨ ਨੂੰ ਜਦੋਂ ਮੈਂ ਡਿਵਾਈਡ ਕਰੂੰਗਾ ਇਸ ਇਕੁਏਸ਼ਨ ਦੇ ਨਾਲ, ਕੀ ਹੋਣਾ, I1 ਤੇ I1 ਕੱਟੇ ਜਾਣੇ, ਉਸ ਤੋਂ ਬਾਅਦ I2 ਤੇ I2 ਕੱਟੇ ਜਾਣੇ। ਸੋ ਫਾਈਨਲ ਜਿਹੜੀ ਵੈਲਿਊ ਬਚ ਜਾਣੀ ਮੇਰੇ ਕੋਲ, ਆਹ ਵੈਲਿਊ ਬਚ ਜਾਣੀ ਹੈ। ਓਕੇ, ਸੋ ਇਹ ਵੈਲਿਊ ਮੇਰੇ ਕੋਲ ਬਚ ਗਈ। ਹੁਣ ਇਸ ਤੋਂ ਬਾਅਦ ਕੀ ਹੋਣਾ, ਮੈਂ ਇਹਨੂੰ ਕ੍ਰੋਸ ਮਲਟੀਪਲੀਕੇਸ਼ਨ ਕਰ ਦੇਣੀ, ਕ੍ਰੋਸ ਮਲਟੀਪਲੀਕੇਸ਼ਨ ਕਰਾਂਗੇ ਤਾਂ ਮੇਰੇ ਕੋਲ ਆਹ ਵੈਲਿਊ ਆ ਜਾਣੀ, ਠੀਕ ਆ। ਹੁਣ ਇਹਦੇ ਵਿੱਚੋਂ ਰੀਅਲ ਤੇ ਇਮੈਜਨਰੀ ਪਾਰਟ ਆਪਾਂ ਕੀ ਕਰਨਾ, ਅਲੱਗ ਅਲੱਗ ਕਰ ਲੈਣੇ। ਰੀਅਲ ਪਾਰਟ ਕੀ ਆ ਮੇਰੇ ਕੋਲ, ਆਹ ਰੀਅਲ ਪਾਰਟ ਆ, ਠੀਕ ਆ, ਤੇ ਆਹ ਮੇਰੇ ਕੋਲ ਕੀ ਆ, ਇਮੈਜਨਰੀ ਪਾਰਟ ਆ। R1 R4 ਰੀਅਲ ਪਾਰਟ ਆ, ਤੇ ਜਿਹਦੇ ਨਾਲ J ਓਮੇਗਾ ਲੱਗ ਗਿਆ ਉਹ ਇਮੈਜਨਰੀ ਪਾਰਟ ਆ। ਸੋ R1 R4 ਆ ਗਿਆ ਇਜ਼ ਇਕੁਅਲ ਟੂ R2 R3 ਆ ਗਿਆ। ਓਕੇ, ਸੋ ਇਹਨਾਂ ਨੂੰ ਜਦੋਂ ਮੈਂ ਸੋਲਵ ਕਰੂੰਗਾ ਤਾਂ R1 ਡਿਵਾਈਡਡ ਬਾਈ R2 ਇਜ਼ ਇਕੁਅਲ ਟੂ R3 ਡਿਵਾਈਡਡ ਬਾਈ R4 ਤੇ J ਓਮੇਗਾ ਆਹ ਵਾਲਾ ਪਾਰਟ ਅਲੱਗ ਕਰ ਲਿਆ ਹੁਣ ਆਪਾਂ, ਠੀਕ ਆ, ਇਹ ਇੱਧਰ ਆ ਗਿਆ। ਸੋ ਇੱਥੋਂ ਹੀ ਕੀ ਆ, ਮੈਂ ਅੱਗੇ ਆਪਣੀ ਜਿਹੜੀ ਆ ਵੈਲਿਊ ਫਾਈਂਡ ਆਊਟ ਕਰ ਸਕਦਾ, ਬਿਕੋਜ਼ L1 ਡਿਵਾਈਡਡ ਬਾਈ L2 ਇਜ਼ ਇਕੁਅਲ ਟੂ R3 ਡਿਵਾਈਡਡ ਬਾਈ R4 ਵੀ ਹੋ ਗਿਆ ਨਾ, ਜਿੱਦਾਂ ਇਹ ਤਾਂ ਵੈਲਿਊ ਇੱਕ ਆ ਗਈ। ਸੋ ਜਦੋਂ ਮੈਂ ਇਹਨੂੰ ਸੋਲਵ ਕਰਨਾ ਤਾਂ ਕੀ ਹੋਣਾ, J ਓਮੇਗਾ ਕੱਟੇਗੇ, L1 ਡਿਵਾਈਡਡ ਬਾਈ L2 ਆ ਗਿਆ ਤੇ R3 ਡਿਵਾਈਡਡ ਬਾਈ ਕੀ ਹੋ ਗਿਆ, R4 ਆ ਗਿਆ। ਸੋ ਇੱਥੋਂ ਮੈਨੂੰ ਕੀ ਪਤਾ ਲੱਗ ਗਿਆ ਕਿ ਜਿਹੜਾ R1 ਡਿਵਾਈਡਡ ਬਾਈ R2 ਉਹ ਕਿਹਦੇ ਇਕੁਅਲ ਹੁੰਦਾ, R3 ਡਿਵਾਈਡਡ ਬਾਈ R4 ਤੇ L1 ਡਿਵਾਈਡਡ ਬਾਈ L2, ਠੀਕ ਆ। ਸੋ ਇੱਥੋਂ ਕੀ ਆ, ਮੈਂ ਅਨਨੋਨ ਰੈਜ਼ਿਸਟੈਂਸ ਜਿਹੜੀ L1 ਆ ਇਹਦੀ ਫਾਈਂਡ ਆਊਟ ਕਰ ਸਕਦਾ। ਵੈਲਿਊ ਕੀ ਹੋਊਗੀ, L1 ਦੀ ਵੈਲਿਊ R1 ਡਿਵਾਈਡਡ ਬਾਈ R2, ਠੀਕ ਆ, ਮਲਟੀਪਲਾਈ ਬਾਈ L2, ਠੀਕ ਆ, ਜਿਹੜੀ ਆਪਾਂ ਆ ਪਿੱਛੇ ਵੀ ਦੇਖੀ ਸੀ। ਆਹ ਦੇਖੋ L1 ਇਜ਼ ਇਕੁਅਲ ਟੂ R3 ਡਿਵਾਈਡਡ ਬਾਈ R4 ਇੰਟੂ L2। ਸੋ ਇੱਥੋਂ ਮੈਂ L1 ਦੀ ਵੈਲਿਊ ਕੱਢ ਲਈ, ਠੀਕ ਹੈ। ਸੋ ਇਹ ਆਪਣਾ ਮੈਕਸਵੈਲ ਬ੍ਰਿਜ ਆ ਇੰਡਕਟੈਂਸ ਨੂੰ ਮੇਅਰ ਕਰਨ ਵਾਸਤੇ। ਕੰਪਲੀਕੇਟ ਨਾ ਹੋਊਗੀ, ਕਾਲਜ ਆਉਂਗੇ ਇੱਕ ਵਾਰ ਤੁਹਾਨੂੰ ਦੁਬਾਰਾ ਵੀ ਡੈਰੀਵੇਸ਼ਨ ਕਰਵਾ ਦੇਵਾਂਗੇ, ਠੀਕ ਆ, ਕਿਉਂਕਿ ਬੋਰਡ ਦੇ ਉੱਪਰ ਸਟੈਪ ਬਾਈ ਸਟੈਪ ਵੀ ਸਮਝਾ ਦੇਵਾਂਗੇ। ਵੈਸੇ ਤਾਂ ਹੁਣ ਵੀ ਸਟੈਪ ਬਾਈ ਸਟੈਪ ਤੁਹਾਨੂੰ ਦੱਸਿਆ, ਬਟ ਜੇ ਕਹੋਗੇ ਤੁਹਾਨੂੰ ਬੋਰਡ 'ਤੇ ਵੀ ਸਟੈਪ ਬਾਈ ਸਟੈਪ ਸਮਝਾ ਦਾਂਗੇ। ਸਿਰਫ ਤੁਹਾਨੂੰ ਆਹ ਡਾਇਗਰਾਮ ਸਮਝਣ ਦੀ ਲੋੜ ਆ ਪਹਿਲਾਂ, ਠੀਕ ਆ। ਸਮਝਣ ਦੀ ਕੀ ਲੋੜ ਆ ਕਿ
ਇਹਨੂੰ ਬ੍ਰਾਂਚ 1 ਦੇ ਨਾਮ ਦੇ ਦਿਓ, ਇਹਨੂੰ 2 ਦੇ ਦਿਓ, ਇਹਨੂੰ 3 ਦੇ ਦਿਓ, ਇਹਨੂੰ 4 ਦੇ ਦਿਓ। ਇਹਦੇ ਵਿੱਚ I1 ਫਲੋ ਕੀਤਾ, ਠੀਕ ਆ। ਬ੍ਰਾਂਚ 2 'ਚ I2 ਫਲੋ ਕੀਤਾ, ਬ੍ਰਾਂਚ 3 'ਚ I3 ਫਲੋ ਕੀਤਾ, ਬ੍ਰਾਂਚ 4 ਦੇ ਵਿੱਚ I4 ਫਲੋ ਕੀਤਾ। ਬਟ ਇਹਨਾਂ ਨੂੰ ਬ੍ਰਾਂਚ 3 'ਚ ਹੁਣ I3 ਫਲੋ ਕੀਤਾ, ਬਟ I1 ਕਿਉਂ ਲਿਖਿਆ? ਕਿਉਂਕਿ ਆਹ ਕਰੰਟ ਜਿਹੜਾ ਹੈ ਸੇਮ ਆ। I4 ਬ੍ਰਾਂਚ ਦੇ ਵਿੱਚ 4 ਬ੍ਰਾਂਚ ਦੇ ਵਿੱਚ I4 ਫਲੋ ਕੀਤਾ, ਬਟ ਇਹਨੂੰ ਮੈਂ I2 ਕਿਉਂ ਲਿਖਿਆ ਹੋਇਆ? ਕਿਉਂਕਿ ਇਹਦੇ ਵਿੱਚ ਕਰੰਟ ਜਿਹੜਾ ਸੇਮ ਹੀ ਫਲੋ ਕੀਤਾ ਜਿਹੜਾ ਬ੍ਰਾਂਚ 2 ਦੇ ਵਿੱਚ ਫਲੋ ਕੀਤਾ ਸੀ। ਓਕੇ, ਸੋ ਇਹ ਚੀਜ਼ ਸਮਝਣ ਵਾਲੀ ਆ। ਬਾਕੀ ਸਾਰਾ ਬਹੁਤ ਈਜ਼ੀ ਆ। ਬਾਕੀ ਆਪਾਂ ਵੋਲਟੇਜ ਡ੍ਰੌਪ ਦੇਖ ਲਿਆ ਕੀ ਆਇਆ ਸੀ। ਵੋਲਟੇਜ ਡ੍ਰੌਪ I1 Z1 I2 Z2 ਆ ਗਿਆ। ਪਹਿਲਾਂ ਆਪਾਂ ਇਹਨਾਂ ਦੋਨਾਂ ਬ੍ਰਾਂਚਿਸ ਦਾ ਦੇਖਿਆ, ਉਸ ਤੋਂ ਬਾਅਦ 'ਚ ਇਹਨਾਂ ਦੋਨਾਂ ਬ੍ਰਾਂਚਿਸ ਦਾ ਦੇਖਿਆ, ਉਸ ਤੋਂ ਬਾਅਦ ਉਹਨਾਂ ਨੂੰ ਡਿਵਾਈਡ ਕਰਕੇ ਆਪਾਂ ਕੀ ਹੈ ਰਿਜ਼ਲਟ ਕੱਢ ਲਿਆ। ਠੀਕ ਹੈ, ਸੋ ਇਹ ਆਪਣਾ ਮੈਕਸਵੈਲ ਬ੍ਰਿਜ ਹੈਗਾ ਫॉर द ਮੇਜ਼ਰਮੈਂਟ ਆਫ ਇੰਡਕਟੈਂਸ। ਸੋ ਇਹਦੇ ਨਾਲ ਹੀ ਆਪਾਂ ਇੱਕ ਹੋਰ ਬ੍ਰਿਜ ਕਰ ਹੀ ਲੈਂਦੇ ਆ, ਉਹ ਹੈ ਮੈਕਸਵੈਲ ਬ੍ਰਿਜ ਫॉर ਮੇਜ਼ਰਮੈਂਟ ਆਫ ਇੰਡਕਟੈਂਸ। ਠੀਕ ਆ, ਸੋ ਜਿਹੜਾ ਆਹ ਵਾਲਾ ਬ੍ਰਿਜ ਸੀ ਇਹ ਤਾਂ ਸੀ ਮੈਕਸਵੈਲ ਬ੍ਰਿਜ ਫॉर ਮੇਜ਼ਰਿੰਗ ਇੰਡਕਟੈਂਸ। ਸੋ ਇਹ ਜਿਹੜਾ ਸੈਕਿੰਡ ਆ ਗਿਆ ਨਾ, ਸੈਕਿੰਡ ਮੇਰੇ ਕੋਲ ਆ ਗਿਆ ਮੈਕਸਵੈਲ ਵੇਨ ਬ੍ਰਿਜ। ਠੀਕ ਆ, ਇਹ ਸੀ ਮੈਕਸਵੈਲ ਬ੍ਰਿਜ, ਇਹ ਮੇਰੇ ਕੋਲ ਆ ਗਿਆ ਮੈਕਸਵੈਲ ਵੇਨ ਬ੍ਰਿਜ। ਠੀਕ ਆ, ਦੋਨਾਂ ਦੇ ਵਿੱਚ ਡਿਫਰੈਂਸ ਕੀ ਆ ਤੁਹਾਨੂੰ ਪਤਾ ਲੱਗ ਜਾਣਾ। ਡਾਇਗਰਾਮ ਦੇਖੋ ਇਹਨਾਂ ਦੇ ਵਿੱਚ ਤੁਹਾਨੂੰ ਡਿਫਰੈਂਸ ਪਤਾ ਲੱਗ ਜਾਣਾ। ਇਹਦੇ ਵਿੱਚ ਕੀ ਆ, ਪਹਿਲਾ ਪਾਰਟ ਤਾਂ ਸੇਮ ਆ, ਦੂਸਰੇ ਦੇ ਵਿੱਚ ਆਪਾਂ ਜਿਹੜੀ ਇੰਡਕਟੈਂਸ ਸੀਗੀ ਉਹਨੂੰ ਆਪਾਂ ਰੀਪਲੇਸ ਕਰ ਦਿੱਤਾ ਸਿੰਪਲ ਰੈਜ਼ਿਸਟੈਂਸ। ਤੇ ਇਸ ਤੋਂ ਇਲਾਵਾ ਹੋਰ ਆਪਾਂ ਇਹਦੇ ਵਿੱਚ ਕੀ ਚੇਂਜਸ ਕੀਤੇ ਆ, ਇੱਕ ਚੀਜ਼ ਯਾਦ ਰੱਖਿਓ, ਇੱਕ ਤਾਂ ਆਹ ਬ੍ਰਾਂਚ ਸੇਮ ਆ। ਠੀਕ ਆ, ਇਹਦੇ ਵਿੱਚ ਆਪਾਂ ਕੀ ਕੀਤਾ, ਇਹਨੂੰ ਇੱਕ ਰੈਜ਼ਿਸਟੈਂਸ ਨਾਲ ਰੀਪਲੇਸ ਕਰਤਾ ਆ। ਠੀਕ ਆ, ਆਹ ਵਾਲੀ ਬ੍ਰਾਂਚ ਵੀ ਸੇਮ ਆ, R3 ਆ ਗਿਆ। ਤੇ ਆਹ ਵਾਲੀ ਜਿਹੜੀ ਬ੍ਰਾਂਚ ਆ, ਫੋਰਥ ਬ੍ਰਾਂਚ ਆ ਜਿਹੜੀ, ਇਹਨੂੰ ਆਪਾਂ ਕੀ ਕੀਤਾ, ਇਹਨੂੰ ਆਪਾਂ ਜਿਹੜੀ ਵੇਰੀਏਬਲ ਰੈਜ਼ਿਸਟੈਂਸ ਸੀ ਪੈਰਲਲ ਲਾ ਕੇ ਨਾਲ ਇੱਕ ਕਪੈਸਿਟਰ ਲਗਾਤਾ। ਓਕੇ, ਸੋ ਜਿਹੜਾ ਇਹ ਵਾਲਾ ਆਪਣਾ ਬ੍ਰਿਜ ਹੁੰਦਾ ਆ ਇੰਡਕਟੈਂਸ ਨੂੰ ਮੇਜ਼ਰ ਕਰਨ ਵਾਸਤੇ, ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਇੱਕ ਸਟੈਂਡਰਡ ਵੇਰੀਏਬਲ ਕਪੈਸਿਟੈਂਸ ਨੂੰ ਯੂਜ਼ ਕਰਦੇ ਹਾਂ। ਠੀਕ ਆ, ਜਿੱਦਾਂ ਕਿ ਆਪਣੇ ਕੋਲ ਡਾਇਗਰਾਮ ਦੇ ਵਿੱਚ ਸ਼ੋ ਕੀਤਾ। ਬਾਕੀ ਇਹਦਾ ਫੇਜ਼ਰ ਡਾਇਗਰਾਮ ਵੀ ਆ ਦੇਖੋ ਬਣਿਆ ਹੋਇਆ। I1 ਤੇ R1 ਜਿਹੜੇ ਆ ਇਹ ਸੇਮ ਆ, ਯਾਨੀ ਕਿ ਵੋਲਟੇਜ ਡ੍ਰੌਪ ਕਿਹਦੇ ਇਕੁਅਲ ਹੋਣਾ, I1 ਤੇ R3 ਦੇ। ਠੀਕ ਆ, ਵੋਲਟੇਜ ਤੁਹਾਨੂੰ ਦੱਸਿਆ E1 ਜਿਹੜਾ ਆਪਣੇ ਕੋਲ ਆਹ ਵਾਲਾ E1 ਵੋਲਟੇਜ ਡ੍ਰੌਪ ਹੋਣਾ E2 ਦੇ ਇਕੁਅਲ ਹੋਣਾ। ਠੀਕ ਆ, ਸੋ ਇਹ ਕੀ ਆ ਆਪਣੇ ਕੋਲ I1 ਤੇ R1 ਸੇਮ ਆ ਗਏ, ਤੇ ਉਸ ਤੋਂ ਬਾਅਦ I3 ਤੇ R3 ਜਿਹੜਾ ਕਰੰਟ ਇਹਦੇ ਵਿੱਚ ਜਾ ਰਿਹਾ ਉਹ ਕੀ ਆ ਗਿਆ, ਸੇਮ ਆ। ਕਿਉਂਕਿ I1 ਇੱਧਰ ਫਲੋ ਕਰਦਾ, ਉਹੀ I1 ਇੱਧਰ ਫਲੋ ਕਰ ਗਿਆ, ਯਾਨੀ ਕਿ I1 ਤੇ I3 ਜਿਹੜੇ ਆ ਇਹ ਸੇਮ ਆ। ਠੀਕ ਹੈ, ਸੋ ਇਹ ਇਨ ਫੇਸ ਆ ਗਏ। ਠੀਕ ਆ, ਬਾਕੀ ਕਪੈਸਿਟੈਂਸ ਜਿਹੜੀ ਹੁੰਦੀ ਆ ਆਪਾਂ ਪਿਓਰ ਕਪੈਸਿਟੈਂਸ ਮੰਨੀ ਹੈ ਇੱਥੇ। ਸੋ ਪਿਓਰ ਕਪੈਸਿਟੈਂਸ ਦਾ ਜਿਹੜਾ ਕਰੰਟ ਹੁੰਦਾ ਵੋਲਟੇਜ ਨੂੰ ਲੀਡ ਕਰਦਾ ਹੁੰਦਾ ਬਾਈ ਐਨ ਐਂਗਲ ਆਫ 90 ਡਿਗਰੀ। ਸੋ IC ਜਿਹੜਾ ਉਹ ਬਾਈ ਐਨ ਐਂਗਲ ਆਫ 90 ਡਿਗਰੀ ਜਿਹੜਾ ਉਹਨੂੰ ਲੀਡ ਕਰ ਗਿਆ। ਓਕੇ, ਤੇ ਉਸ ਤੋਂ ਬਾਅਦ 'ਚ ਜਿਹੜੀ ਬ੍ਰਾਂਚ ਇੰਡਕਟੈਂਸ ਲੱਗੀ ਆ ਉਹ ਥੋੜਾ ਜਿਹਾ ਜਿਹੜਾ ਲੈਗ ਕਰੂਗਾ। ਠੀਕ ਹੈ, ਇਸ ਕਰਕੇ ਉਹ ਲੈਗ ਕਰ ਗਿਆ, ਤੇ ਓਵਰਆਲ ਆਪਣੇ ਕੋਲ ਕੀ ਆ ਗਿਆ, ਆਹੀ ਵੈਲਿਊ ਆ ਗਈ I2 ਦੀ ਵੈਲਿਊ। ਠੀਕ ਹੈ, ਸੋ ਓਵਰਆਲ ਵੈਲਿਊ ਮੇਰੇ ਕੋਲ ਆ ਗਈ। ਤੇ ਬਾਕੀ ਆ ਓਵਰਆਲ EMF ਜਿਹੜੀ ਆ ਉਹਦੀ ਵੈਲਿਊ ਆਪਣੇ ਕੋਲ ਆਈ ਹੈ। ਠੀਕ ਆ, ਕਿਹਦੀ ਵੈਲਿਊ ਕੱਢ ਕੇ ਆਈ ਆ, I ਓਮੇਗਾ L1 ਤੇ E3 ਦੀ ਵੈਲਿਊ ਜਿਹੜੀ ਸੀ ਉਹ ਕੰਬਾਈਨ ਕਰਕੇ ਆਪਣੇ ਕੋਲ E ਦੀ ਵੈਲਿਊ ਆਈ ਹੈ। ਓਕੇ, ਸੋ ਆਪਾਂ ਹੁਣ ਜੇ ਇਹਦੇ ਵਿੱਚ ਦੇਖੋ Z1 ਦੀ ਵੈਲਿਊ ਜੇ ਆਪਾਂ ਦੇਖਣੀ ਹੋਵੇ, Z1 ਕੀ ਆ, ਜਿਹੜੀ ਮੇਰੇ ਕੋਲ ਬ੍ਰਾਂਚ 1 ਆ ਇਹਦੀ ਇੰਪੀਡੈਂਸ। ਠੀਕ ਆ, ਇਹਦੀ ਇੰਪੀਡੈਂਸ ਦੀ ਵੈਲਿਊ ਕੀ ਆਊਗੀ, R1 + J ਓਮੇਗਾ। J ਓਮੇਗਾ ਕਿਉਂ ਇਮੇਜਨਰੀ ਪਾਰਟ, ਕਿਉਂਕਿ ਇੰਡਕਟੈਂਸ ਲੱਗੀ ਹੋਈ ਹੈ ਨਾਲ। Z2 ਦੀ ਵੈਲਿਊ ਕੀ ਆਊਗੀ, R2। ਸੋ Z2 ਦੀ ਵੈਲਿਊ R2। ਇੱਦਾਂ Z3 ਦੀ ਵੈਲਿਊ ਕੀ ਆਊਗੀ ਮੇਰੇ ਕੋਲ, R3। ਤੇ Z4 ਦੀ ਵੈਲਿਊ ਕੀ ਆਊਗੀ, Z4 ਦੀ ਵੈਲਿਊ ਹੁਣ ਜਿੱਦਾਂ ਇਮੇਜਨਰੀ ਪਾਰਟ 'ਚ ਜੇ ਆਪਣੇ ਕੋਲ ਹੋਵੇ ਇੰਡਕਟੈਂਸ ਹੋਵੇ ਤਾਂ ਉਹ ਤਾਂ ਡਾਇਰੈਕਟ ਹੋ ਜਾਂਦੀ ਨਾ, J ਓਮੇਗਾ L ਹੋ ਜਾਂਦੀ। ਬਟ ਜੇ ਕਪੈਸਿਟੈਂਸ ਹੋਵੇ ਨਾ ਤੇ ਉਹ ਆਪੋਜ਼ਿਟ ਹੁੰਦੀ, 1/J ਓਮੇਗਾ C4। ਸੋ 1/J ਓਮੇਗਾ C4 ਆ ਗਈ। ਠੀਕ ਹੈ, ਸੋ ਇਹਦੀ Z4 ਦੀ ਵੈਲਿਊ ਮੇਰੇ ਕੋਲ ਕੀ ਆਈ, 1 ਡਿਵਾਈਡਡ ਬਾਈ 4 ਪਲੱਸ 1 ਡਿਵਾਈਡਡ ਬਾਈ -J ਓਮੇਗਾ C4। ਆਪਣੇ ਕੋਲ ਇੱਥੇ ਕਪੈਸਿਟਰ ਲੱਗਾ ਹੋਇਆ ਨਾ, ਇਸ ਕਰਕੇ ਇਹਦੀ ਵੈਲਿਊ ਕੀ ਆਪਾਂ ਮਾਈਨਸ ਲਈ ਹੋਈ ਹੈ। ਠੀਕ ਹੈ, ਇਹ ਵੀ ਚੀਜ਼ ਯਾਦ ਰੱਖਿਓ। ਬਾਕੀ ਉਸ ਤੋਂ ਬਾਅਦ ਜਦੋਂ ਇਹ ਕੁਐਸਚਨ ਪੂਰਾ ਸੋਲਵ ਕੀਤਾ ਤਾਂ ਫਾਈਨਲ ਮੇਰੇ ਕੋਲ ਕੀ ਆ ਗਿਆ, R4 ਡਿਵਾਈਡਡ ਬਾਈ 1 + J ਓਮੇਗਾ C4 R4। ਠੀਕ ਹੈ, ਇਹਨੂੰ ਸੋਲਵ ਕਰਕੇ ਆਪਣੇ ਕੋਲ ਆ ਗਿਆ ਕ੍ਰਾਸ ਮਲਟੀਪਲੀਕੇਸ਼ਨ ਕਰਕੇ। ਸੋ ਬੈਲੈਂਸਡ ਕੰਡੀਸ਼ਨ ਦੀ ਜੇ ਮੈਂ ਗੱਲ ਕਰਾਂ ਤਾਂ ਬੈਲੈਂਸ ਕੰਡੀਸ਼ਨ ਦੇ ਵਿੱਚ ਕਹਿ ਰਿਹਾ ਕਿ Z1 ਤੇ Z4 ਜਿਹੜੇ ਆ, ਯਾਨੀ ਕਿ Z1 ਆਹ ਵਾਲੀ ਬ੍ਰਾਂਚ ਤੇ ਆਹ ਵਾਲੀ ਬ੍ਰਾਂਚ ਜਿਹੜੀ ਆ, ਇਹਦੀ ਜਿਹੜੀ ਆਪਣੇ ਕੋਲ ਹੋਊਗੀ ਡ੍ਰੌਪ ਹੋਊਗਾ ਉਹ ਕਿਹਦੇ ਇਕੁਅਲ ਹੋਊਗਾ, Z2 ਤੇ Z3 ਦੇ ਇਕੁਅਲ। ਠੀਕ ਆ, ਸੋ ਇੱਥੇ ਮੈਂ ਕੁਛ ਨਹੀਂ ਕਰਨਾ, ਤੇ ਸਿੰਪਲੀ ਮੈਂ ਵੈਲਿਊਜ਼ ਜਿਹੜੀਆਂ ਸਾਰੀਆਂ ਪੁੱਟ ਕਰ ਦੇਣੀਆਂ। Z1 ਦੀ ਵੈਲਿਊ ਪੁੱਟ ਕਰਤੀ ਆ, ਦੇਖੋ Z4 ਦੀ ਵੈਲਿਊ ਆਹ ਇੱਥੇ ਸੀਗੀ, ਤੇ ਉਸ ਤੋਂ ਬਾਅਦ Z2 ਤੇ Z3 ਤਾਂ ਆਪਾਂ ਨੂੰ R2 ਤੇ R3 ਹੀ ਆ ਸਿੰਪਲ। ਠੀਕ ਆ, ਸੋ ਇਹਨਾਂ ਨੂੰ ਅੱਗੇ ਮੈਂ ਕੀ ਕਰਨਾ, ਸੋਲਵ ਕਰ ਲੈਣਾ। ਠੀਕ ਹੈ, ਇਹਨਾਂ ਨੂੰ ਮੈਂ ਕਰਨਾ ਅੱਗੇ ਸੋਲਵ ਕਰਨਾ, ਇਹਨੂੰ ਇੱਧਰ ਮੈਂ ਕੀ ਕੀਤਾ, ਮਲਟੀਪਲਾਈ ਕਰਤਾ। ਠੀਕ ਹੈ, ਸੋ ਇਹਨੂੰ R4 ਨੂੰ ਸੌਰੀ ਪਹਿਲਾਂ ਅੰਦਰ ਮਲਟੀਪਲਾਈ ਕੀਤਾ। ਠੀਕ ਹੈ, R4 ਨੂੰ ਅੰਦਰ ਮਲਟੀਪਲਾਈ ਕਰਕੇ ਤੇ ਉਸ ਤੋਂ ਬਾਅਦ 'ਚ ਮੈਂ ਇਹਨੂੰ ਇੱਧਰ ਮਲਟੀਪਲਾਈ ਕੀਤਾ। ਸੋ ਜਦੋਂ R2 R3 ਇਹਨਾਂ 1 ਨਾਲ ਮਲਟੀਪਲਾਈ R2 R3 ਆ ਗਿਆ, ਪਲੱਸ J ਓਮੇਗਾ C4 R4 ਦਾ ਪਹਿਲਾਂ ਹੀ ਸੀਗੇ ਤੇ ਨਾਲ ਮਲਟੀਪਲਾਈ ਹੋ ਕੇ R2 R3 ਵੀ ਆ ਗਿਆ। ਠੀਕ ਹੈ, ਸੋ ਇੱਥੇ ਵੀ ਆਪਾਂ ਸੇਮ ਹੀ ਕੀ ਆ, ਰੀਅਲ ਤੇ ਇਮੈਜਨਰੀ ਪਾਰਟ ਜਿਹੜੇ ਆ, ਯਾਨੀ ਕਿ ਹੌਰੀਜ਼ੌਂਟਲ ਤੇ ਵਰਟੀਕਲ ਪਾਰਟ ਜਿਹੜੇ ਆ ਉਹਨਾਂ ਨੂੰ ਆਪਾਂ ਸੈਪਰੇਟ ਕਰ ਰਿਹਾ ਇੱਕ ਦੂਜੇ ਤੋਂ। ਠੀਕ ਹੈ, ਜਦੋਂ ਸੈਪਰੇਟ ਕਰਾਂਗੇ ਤਾਂ ਆਪਣੇ ਕੋਲ R1 ਤੇ R4 ਆ ਜਾਣੇ ਆ। ਠੀਕ ਆ, ਤੇ ਇੱਧਰ R2 ਤੇ R3 ਆ ਜਾਣੇ ਆ। ਤੇ ਇਹਦੇ ਜੇ ਆਪਾਂ ਇਮੈਜਨਰੀ ਪਾਰਟ ਦੀ ਗੱਲ ਕਰੀਏ ਤਾਂ ਉਹ J ਓਮੇਗਾ L1 R4 ਤੇ J ਓਮੇਗਾ C4 R4 R2 R3 ਆਹ ਵਾਲਾ ਪਾਰਟ ਆ, ਦੋ ਪਾਰਟ ਜਿਹੜੇ ਆ ਅਲੱਗ ਆ ਜਾਣੇ ਆ। ਠੀਕ ਹੈ, ਸੋ ਇੱਥੋਂ ਮੈਂ ਕੀ ਆ, ਮੇਰੇ L1 ਦੀ ਵੈਲਿਊ ਜਿਹੜੀ ਆ ਉਹ ਫਾਈਂਡ ਆਊਟ ਕਰ ਸਕਦਾ। ਠੀਕ ਆ, ਸੋ L1 ਦੀ ਵੈਲਿਊ ਮੇਰੇ ਕੋਲ ਕੀ ਆ ਜੂਗੀ, C4। ਠੀਕ ਆ, C4
R2 ਤੇ R3 ਬਿਕੋਜ਼ R4 ਤੇ R4 ਜਿਹੜੇ ਆਪਸ 'ਚ ਕੱਟੇ ਜਾਣੇ ਆ, ਇਸ ਕਰਕੇ ਆਪਣੇ ਕੋਲ ਕੀ ਆਇਆ ਨਾ C4 R2 ਤੇ R3। ਠੀਕ ਆ, ਸੋ ਇਹ ਮੈਕਸਵੈਲ ਵੀਨ ਬ੍ਰਿਜ ਸੀਗਾ ਇੰਡਕਟੈਂਸ ਨੂੰ ਮੇਜ਼ਰ ਕਰਨ ਵਾਸਤੇ। ਹੁਣ ਇਹਦੇ ਐਡਵਾਂਟੇਜ ਕੀ ਆ, ਆਪਣੇ ਕੋਲ ਐਡਵਾਂਟੇਜ ਇਹ ਆ ਕਿ ਦੋ ਬੈਲੈਂਸ ਕੰਡੀਸ਼ਨ ਆ ਜਾਂਦੀਆਂ ਇੰਡੀਪੈਂਡੈਂਟ ਆ। RC ਤੇ R4 ਜਿਹੜੇ ਆ ਵੇਰੀਏਬਲ ਐਲੀਮੈਂਟ ਆ, ਇਸ ਕਰਕੇ ਆਪਾਂ ਬੈਲੈਂਸ ਕੰਡੀਸ਼ਨ ਆਰਾਮ ਨਾਲ ਕਰ ਸਕਦੇ ਹਾਂ। ਜਾਂ ਤਾਂ R4 ਨੂੰ ਵੇਰੀ ਕਰ ਸਕਦੇ ਹਾਂ, ਜਾਂ ਆਪਾਂ C4 ਨੂੰ ਵੇਰੀ ਕਰ ਸਕਦੇ ਹਾਂ। ਦੇਖੋ ਇੱਥੇ R4 ਨੂੰ ਵੇਰੀ ਕਰ ਸਕਦੇ ਹਾਂ, ਜਾਂ C4 ਨੂੰ। C4 ਵੀ ਵੇਰੀਏਬਲ ਕਪੈਸਿਟੈਂਸ ਹੈ ਇਸ ਕਰਕੇ। ਬਾਕੀ ਫਰੀਕੁਐਂਸੀ ਦਾ ਇਹਦੇ ਉੱਪਰ ਕੋਈ ਜ਼ਿਆਦਾ ਇਫੈਕਟ ਨਹੀਂ ਪੈਂਦਾ। ਇਕੁਏਸ਼ਨ ਜਿਹੜੀ ਹੁੰਦੀ ਹੈ, ਜਿੱਦਾਂ ਆਪਾਂ ਇਹਦੀ ਗੱਲ ਕਰੀਏ ਤਾਂ ਕੰਪਲੀਕੇਟਡ ਆ ਇਕੁਏਸ਼ਨ, ਬਟ ਠੀਕ ਹੈ। ਬਟ ਜਿਹੜੀ ਮੈਕਸਵੈਲ ਵੀਨ ਬ੍ਰਿਜ ਹੈ ਇਹਦੀ ਸਿੰਪਲ ਹੈ ਇਕੁਏਸ਼ਨ, ਬਿਕੋਜ਼ ਆਪਣੇ ਕੋਲ ਸਾਰੇ ਜਿਹੜੇ ਇੰਪੀਡੈਂਸਿਸ ਆ ਦੀਆਂ ਵੈਲਿਊਜ਼ ਜਿਹੜੀਆਂ ਮੇਰੇ ਕੋਲ ਆ ਚੁੱਕੀਆਂ। ਠੀਕ ਆ, ਉਹਦੇ ਨਾਲ ਕੀ ਆ, ਅੱਗੇ ਉਹਨਾਂ ਨੂੰ ਮੈਂ ਕੰਪੇਅਰ ਕਰਕੇ ਕ੍ਰੋਸ ਜਿਹੜੀਆਂ ਹੈਗੀਆਂ ਬ੍ਰਾਂਚਿਸ ਉਹਨੂੰ ਕੰਪੇਅਰ ਕਰਕੇ ਤੇ ਆਪਣਾ ਜਿਹੜਾ ਫਾਈਨਲ ਰਿਜ਼ਲਟ ਫਾਈਂਡ ਆਊਟ ਕਰ ਸਕਦਾ। ਬਾਕੀ ਇੰਡਕਟੈਂਸ ਦੀ ਜਿਹੜੀ ਆ ਕਾਫੀ ਰੇਂਜ, ਵਾਈਡ ਰੇਂਜ, ਯਾਨੀ ਕਿ ਕਾਫੀ ਹਾਈ ਵੈਲਿਊ ਜਿਹੜੀ ਇੰਡਕਟੈਂਸ ਹੈ ਇਹਦੇ ਨਾਲ ਮੈਂ ਮੇਅਰ ਕਰ ਸਕਦਾ। ਠੀਕ ਆ, ਤੇ ਪਾਵਰ ਤੇ ਆਡੀਓ ਫ੍ਰੀਕੁਐਂਸੀ ਕਾਫੀ ਜ਼ਿਆਦਾ ਹੁੰਦੀ, ਸੋ ਜ਼ਿਆਦਾ ਫ੍ਰੀਕੁਐਂਸੀਜ਼ ਦੇ ਉੱਪਰ ਵੀ ਮੈਂ ਵਾਈਡ ਰੇਂਜ ਜਿਹੜੀ ਇੰਡਕਟੈਂਸ ਦੀ ਉਹਦੀ ਵੈਲਿਊ ਨੂੰ ਮੇਅਰ ਕਰ ਸਕਦਾ। ਬਾਕੀ ਡਿਸਐਡਵਾਂਟੇਜ ਵੀ ਹੁੰਦੇ ਆ ਇਹਦੇ। ਡਿਸਐਡਵਾਂਟੇਜ ਇਹ ਨੇ ਕਿ ਇਹਦੇ ਵਿੱਚ ਆਪਾਂ ਵੇਰੀਏਬਲ ਕਪੈਸਿਟੈਂਸ ਨੂੰ ਯੂਜ਼ ਕਰਦੇ ਹਾਂ, ਜਿਹਦੇ ਨਾਲ ਕੀ ਹੈ ਜਿਹੜੀ ਓਵਰਆਲ ਕਾਸਟ ਹੁੰਦੀ ਨਾ ਉਹ ਵੱਧ ਜਾਂਦੀ ਆ। ਠੀਕ ਆ, ਤੇ ਕੈਲੀਬਰੇਟ ਕਰਨ ਵਾਸਤੇ ਵੀ ਕੀ ਆ ਆਪਾਂ ਨੂੰ ਥੋੜ੍ਹਾ ਟਾਈਮ ਲੱਗਦਾ ਇਹਨੂੰ। ਠੀਕ ਆ, ਸੋ ਬ੍ਰਿਜ ਰਿਕੁਆਇਰਸ ਅ ਵੇਰੀਏਬਲ ਕਪੈਸਿਟਰ ਵਿਚ ਮੇ ਵੀ ਵੈਰੀ ਐਕਸਪੈਂਸਿਵ। ਠੀਕ ਆ, ਸੋ ਕੀ ਕਰਦੇ ਆਪਾਂ, ਜਿਹੜਾ ਬ੍ਰਿਜ ਇੱਕ ਵੇਰੀਏਬਲ ਕਪੈਸਿਟਰ ਯੂਜ਼ ਹੁੰਦਾ, ਆਹ ਵਾਲਾ ਜਿਹੜਾ ਕਪੈਸਿਟਰ ਹੁੰਦਾ, ਠੀਕ ਹੈ, ਇਹਦੀ ਕਾਸਟ ਜਿਹੜੀ ਹੁੰਦੀ ਆ ਉਹ ਕਾਫੀ ਜ਼ਿਆਦਾ ਹੁੰਦੀ ਹੈ, ਜਿਹਦੇ ਕਰਕੇ ਓਵਰਆਲ ਕਾਸਟ ਜਿਹੜੀ ਹੁੰਦੀ ਆ ਇਹ ਵੀ ਆਪਣੇ ਕੋਲ ਕੀ ਹੁੰਦਾ ਵੱਧ ਜਾਂਦੀ ਹੈ। Next ਕੀ ਹੈ, the bridge is limited to measurement of low Q coils because of the large Q coils the resistance R4 may vary with high। ਸੋ ਜਿਹੜੀ Q coils ਹੁੰਦੀਆਂ ਲੋ Q coils ਵਾਸਤੇ ਆਪਾਂ ਯੂਜ਼ ਕਰਦੇ ਜ਼ਿਆਦਾ। Q ਫੈਕਟਰ ਹੁੰਦੀ ਇੱਕ ਚੀਜ਼ ਹੁੰਦੀ ਹੈ, ਜਦੋਂ ਤੁਸੀਂ ਆਪਣੇ ਨਾ ਕਦੀ ਕਾਰ ਦੇ ਮਿਊਜ਼ਿਕ ਸਿਸਟਮ ਦੇ ਵਿੱਚ ਵੀ ਦੇਖੋਗੇ ਤਾਂ ਉੱਥੇ ਵੀ Q ਫੈਕਟਰ ਆਉਂਦਾ ਹੀ ਆ ਚੀਜ਼। ਠੀਕ ਹੈ, ਸੋ ਉਹ ਜਿਹੜੀ Q ਫੈਕਟਰ ਹੁੰਦਾ ਉਹਨੂੰ ਜੇ ਆਪਾਂ ਲੋ ਹੀ ਮੇਅਰਮੈਂਟ ਕਰ ਸਕਦੇ ਹਾਂ, ਲਿਮਿਟਡ ਹੁੰਦਾ, ਉਹਨੂੰ ਆਪਾਂ ਜ਼ਿਆਦਾ ਨਹੀਂ ਮੇਅਰ ਕਰ ਸਕਦੇ। ਠੀਕ ਹੈ, ਕਿਉਂ ਨਹੀਂ ਕਰ ਸਕਦੇ, ਕਿਉਂਕਿ R4 ਦੀ ਰੈਜ਼ਿਸਟੈਂਸ ਦੀ ਜਿਹੜੀ ਆ ਉਹਨੂੰ ਆਪਾਂ ਫਿਰ ਜ਼ਿਆਦਾ ਕਰਨੀ ਪੈਣੀ। ਉਹ ਆਪਾਂ ਕੋਈ ਜ਼ਿਆਦਾ ਵੱਡੀ ਵੇਰੀਏਬਲ ਰੈਜ਼ਿਸਟੈਂਸ ਵੀ ਨਹੀਂ ਲਗਾ ਸਕਦੇ। ਇਹ ਵੇਰੀਏਬਲ ਰੈਜ਼ਿਸਟੈਂਸ ਦੀ ਵੀ ਇੱਕ ਲਿਮਿਟ ਹੁੰਦੀ ਹੈ R4 ਦੀ ਲਗਾਉਣ ਦੀ, ਸੋ ਇਹ ਵੀ ਇਹਦੀ ਜਿਹੜੀ ਹੁੰਦੀ ਹੈ ਇੱਕ ਡਿਸਐਡਵਾਂਟੇਜ ਹੁੰਦੀ ਹੈ। ਠੀਕ ਆ, ਸੋ ਇਹ ਵੀ ਇਹਦੀ ਕੀ ਹੋਗੀ ਡਿਸਐਡਵਾਂਟੇਜ, ਕਿਉਂਕਿ R4 ਜਿਹੜਾ ਹੁੰਦਾ ਜਨਰਲੀ ਆਪਾਂ ਕੁਛ ਇੱਕ ਪਰਟੀਕੂਲਰ ਵੈਲਿਊ ਤੱਕ ਹੀ ਉਹਨੂੰ ਵੇਰੀ ਕਰ ਸਕਦੇ ਹਾਂ, ਉਸ ਤੋਂ ਵੱਧ ਆਪਾਂ ਵੇਰੀ ਨਹੀਂ ਕਰ ਸਕਦੇ। ਠੀਕ ਆ, ਸੋ ਉਹੀ ਉਹਨੇ ਲਿਖਿਆ ਦਾ ਬ੍ਰਿਜ ਇਜ਼ ਲਿਮਿਟਡ ਟੂ ਮੇਅਰ ਦਾ ਲੋ Q coil ਬਿਕੋਜ਼ ਆਫ ਦਾ ਲਾਰਜ Q coil ਦਾ ਰੈਜ਼ਿਸਟੈਂਸ R4 ਮੇ ਵੈਰੀ ਹਾਈ ਵੈਰੀ ਹਾਈ ਵਿਚ ਇਜ਼ ਜਨਰਲੀ ਨਾਟ ਅਵੇਲੇਬਲ ਇਨ ਰੈਜ਼ਿਸਟੈਂਸ। ਯਾਨੀ ਕਿ ਰੈਜ਼ਿਸਟੈਂਸ ਬਾਕਸ ਦੇ ਵਿੱਚ ਨਹੀਂ ਆਪਣੇ ਕੋਲ ਰੈਜ਼ਿਸਟੈਂਸ ਵੇਰੀਏਬਲ ਇੰਨੀ ਵੱਡੀ ਵੇਰੀਏਬਲ ਰੈਜ਼ਿਸਟੈਂਸ ਹੁੰਦੀ ਨਹੀਂ ਕਿ ਆਪਾਂ ਜ਼ਿਆਦਾ Q coil ਨੂੰ ਮੇਅਰ ਕਰ ਸਕੀਏ। ਇਸ ਕਰਕੇ ਆਪਾਂ ਕੀ ਆ, ਇਹ ਬ੍ਰਿਜ ਜਿਹੜਾ ਹੁੰਦਾ ਲੋ coils ਜਿਹੜੇ ਹੁੰਦਾ ਉਹਨੂੰ ਮੇਅਰਮੈਂਟ ਵਾਸਤੇ ਹੀ ਆਪਾਂ ਜ਼ਿਆਦਾਤਰ ਯੂਜ਼ ਕਰਦੇ ਹਾਂ। ਠੀਕ ਹੈ, ਸੋ ਇਹ ਅੱਜ ਦੇ ਆਪਣੇ ਦੋ ਟੌਪਿਕ ਕੀਤੇ ਆ ਆਪਾਂ, ਮੈਕਸਵੈਲ ਬ੍ਰਿਜ ਫॉर ਮੇਅਰਮੈਂਟ ਆਫ ਇੰਡਕਟੈਂਸ ਐਂਡ ਮੈਕਸਵੈਲ ਵੇਨ ਬ੍ਰਿਜ ਫॉर ਮੇਅਰਿੰਗ ਇੰਡਕਟੈਂਸ। ਠੀਕ ਹੈ, ਸੋ ਇਹ ਦੋਨੋਂ ਬ੍ਰਿਜਸ ਜਿਹੜੇ ਆ ਤੁਸੀਂ ਨੋਟ ਕਰ ਲਿਓ। ਮੇਨ ਇਹਦੇ ਵਿੱਚ ਡੈਰੀਵੇਸ਼ਨ ਹੀ ਆ, ਕੋਈ ਇੰਨਾ ਵੱਡਾ ਪਾਰਟ ਨਹੀਂ ਹੈਗਾ ਇਹਦੇ ਵਿੱਚ ਥਿਊਰੀ ਵਾਲਾ। ਠੀਕ ਹੈ, ਡੈਰੀਵੇਸ਼ਨ ਵੀ ਜੇ ਤੁਹਾਨੂੰ ਸਮਝ ਲੱਗਦੀ ਹੈ ਤਾਂ ਠੀਕ ਹੈ, ਨਹੀਂ ਤੁਸੀਂ ਕਾਲਜ ਆ ਜਾਓ ਇੱਕ ਵਾਰ, ਤੁਹਾਨੂੰ ਫਿਰ ਦੁਬਾਰਾ ਤੋਂ ਕਰਵਾ ਦੇਵਾਂਗੇ, ਕੋਈ ਇਸ਼ੂ ਨਹੀਂ ਹੈ। ਠੀਕ ਹੈ, ਸੋ ਇਹਨੂੰ ਆਪਾਂ ਨੋਟਬੁੱਕ ਵਗੈਰਾ ਤੇ ਨੋਟ ਜ਼ਰੂਰ ਕਰ ਲੈਣਾ। ਠੀਕ ਹੈ, ਥੈਂਕ ਯੂ।